ਕਿਸਾਨ ਜ਼ਿੰਮੇਵਾਰ ਹੈ, ਸਰਕਾਰ ਜ਼ਿੰਮੇਵਾਰ ਹੈ। ਕਿੱਥੇ ਕਮੀ ਰੜਕਦੀ ਹੈ ਕਿ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਕੇ ਰੱਖਦਾ। ਦੋਨੇ ਧਿਰਾਂ ਹੀ ਅਸਲ ਦੇ ਵਿੱਚ ਦੋਸ਼ੀ ਨੇ। ਤੁਸੀਂ ਇੱਕ ਪਿੱਛੇ ਜੇ ਪੋਸਟ ਪਾਈ ਸੀ ਕਿ ਮੈਨੂੰ ਕੋਈ ਤੁਸੀਂ 5 ਕਰਜ਼ਈ ਕਿਸਾਨ ਦੇ ਦਿਓ, ਮੈਂ ਉਹਨਾਂ ਨੂੰ ਕਰਜ਼ਾ ਮੁਕਤ ਕਰ ਦੂੰਗਾ। ਇਹ ਤਾਂ ਕਿਸਾਨ ਖੇਤਾਂ ਤੱਕ ਜਾਂਦਾ ਹੀ ਨਹੀਂ, ਖੇਤ ਦੇ ਵਿੱਚੋਂ ਕੰਮ ਹੀ ਨਹੀਂ ਕਰਦਾ। ਇਹ ਗੱਲ ਬਹੁਤਾਂ ਦੇ ਚੁਭੂਗੀ ਵੀ ਉਧਰ ਮਿਹਨਤ ਦਾ ਮੁੱਲ ਮਿਲਦਾ ਹੈ। ਕਹਿੰਦੇ ਵੀ ਜੇ ਇੰਨੀ ਮਿਹਨਤ ਅਸੀਂ ਇੰਡੀਆ 'ਚ ਕਰਦੇ ਹਾਂ, ਕਹਿੰਦੇ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਇੱਧਰ। ਕਰਦਾ ਕੌਣ ਹੈ ਜੀ? ਕੋਈ ਦੱਸੇ ਤਾਂ ਸਹੀ। ਇਹ ਅੱਜ ਜੀਰੀ ਝੋਨਾ ਬੰਦ ਹੋ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਕੋਲੇ ਜਿਹੜੇ ਜੀਰੀ ਬੀਜਦੇ ਨੇ ਉਹਨਾਂ ਕੋਲੇ ਕਿਸੇ ਫਸਲ ਦਾ ਕੋਈ ਬਦਲ ਨਹੀਂ। ਉਹਨਾਂ ਦੇ ਖੇਤ ਬੰਜਰ ਰਹਿ ਜਾਣਗੇ, ਨਹੀਂ ਹੁੰਦੀ ਕੋਈ ਫਸਲ। ਅਸੀਂ ਅਸਲ ਦੇ ਵਿੱਚ ਪੰਜਾਬੀ ਲੋਕ ਆ ਜਿਹੜੇ ਉਹਨਾਂ ਨੇ ਬਿਮਾਰੀ ਨੂੰ, ਰੋਗਾਂ ਨੂੰ ਰੱਬ ਦੀ ਦਾਤ ਸਮਝ ਲਿਆ ਵੀ ਇਹ ਤਾਂ ਰੱਬ ਦੇ ਰਿਹਾ। ਨਹੀਂ, ਸਾਡੀ ਜੀਭ ਦੇ ਰਹੀ ਹੈ। ਇੱਕ ਬੰਦੇ ਕੋਲੇ ਗੱਲ ਕਰ ਲਓ, ਅੱਧੇ ਪੰਜਾਬ ਦੇ ਹਸਪਤਾਲਾਂ ਦੇ ਨਾਂ ਗਿਣਾ ਦੂਗਾ, ਗਿਣਾ ਦੂਗਾ। ਗੱਲ ਕਰੋ, ਉਹ ਬੰਦੇ ਨੂੰ ਪੁੱਛੋ ਵੀ ਤੈਨੂੰ ਆਪਦੀ ਜ਼ਮੀਨ ਦੇ ਕਿੱਲਾ ਨੰਬਰ ਪਤਾ? ਨਹੀਂ ਪਤਾ। ਸਾਨੂੰ ਸਾਡੀਆਂ ਔਰਤਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ। ਉਹ ਮਹੀਨੇ ਦੇ ਵਿੱਚ ਇੱਕ ਵਾਰ ਜਾਂਦੀਆਂ ਨੇ ਇਕੱਲਾ ਮੱਟੀ ਦੇ ਮੱਥਾ ਟੇਕਣ ਜਾਂ ਦੁੱਧ ਚੜਾਉਣ। ਇਹ ਵੀ ਤਕਨੀਕ ਸੀ ਬਜ਼ੁਰਗਾਂ ਦੀ ਖੇਤਾਂ ਤੱਕ ਲੈ ਕੇ ਜਾਣ ਦੀ। ਉਹਨਾਂ ਨੂੰ ਨਾ ਕਿਸੇ ਕਲਾਸ ਦੇ ਵਿੱਚ ਇੱਕ ਅੱਧਾ ਲੈਸਨ ਆਉਂਦਾ, ਪਾਠ ਆਉਂਦਾ, ਜਿਵੇਂ ਸੈਕਸ ਬਾਰੇ ਆਉਂਦਾ, ਉਹ ਤੋਂ ਅਧਿਆਪਕ ਸੰਗਦੇ ਨੇ, ਬੱਚਿਆਂ ਨੂੰ ਦੱਸਦੇ ਨਹੀਂ। ਸਾਨੂੰ 90% ਤੋਂ ਉੱਪਰ ਲੋਕਾਂ ਨੂੰ ਵੀ ਇਕੱਲੇ ਦਿਲ ਤੋਂ ਬਿਨਾਂ ਉਹ ਵੀ ਧੜਕਦਾ, ਬਾਕੀ ਸਰੀਰ ਦੇ ਅੰਗਾਂ ਦਾ ਪਤਾ ਹੀ ਨਹੀਂ ਕਿੱਥੇ ਕੀ ਹੈ। ਤੰਦਰੁਸਤੀ ਅਸੀਂ ਲਿਆ ਸਕਦੇ ਹਾਂ, ਹਸਪਤਾਲ ਚੋਂ ਨਹੀਂ ਮਿਲਦੀ। ਸਾਡੇ ਲੋਕ ਵਿਰੋਧ ਕਰਦੇ ਨੇ, ਮੰਗਾਂ ਕਰਦੇ ਨੇ, ਸਾਡੇ ਹਸਪਤਾਲ ਖੋਲ੍ਹ ਦਿਓ। ਤੰਦਰੁਸਤੀ ਕੋਈ ਨਹੀਂ ਮੰਗਦਾ। ਮੇਰੇ ਕੋਲ ਕਈ ਇਹ ਜਿਹੇ ਮਿਲਣ ਵਾਲੇ ਨੇ ਜਿਹੜਿਆਂ ਦਾ ਜਿਨ੍ਹਾਂ ਕੋਲੇ 50-50 ਲੱਖ ਦੀਆਂ ਗੱਡੀਆਂ ਨੇ, 2-2 ਕਰੋੜ ਦੀਆਂ ਕੋਠੀਆਂ ਨੇ, ਤੇ ਮਹੀਨੇ ਦਾ ਬਹੁਤਾ ਸਮਾਂ ਹਸਪਤਾਲ 'ਚ ਗੁਜ਼ਾਰਦੇ ਨੇ। ਇਹ ਜਿਹੀ ਕੋਠੀ ਦਾ ਫਾਇਦਾ ਨਹੀਂ। ਸਤਿ ਸ੍ਰੀ ਅਕਾਲ, ਮੈਂ ਸੁੱਖੀ ਮੰਗਾਣੀਆਂ। ਤੁਸੀਂ ਜੁੜੇ ਹੋਏ ਹੋ ਸਿਰਲੇਖ ਦੇ ਨਾਲ। ਜਦੋਂ ਅਸੀਂ ਮੁਲਕ ਦੀ ਕਿਸਾਨੀ ਦੀ ਗੱਲ ਕਰਦੇ ਹਾਂ ਤਾਂ ਕਿਸਾਨੀ ਨੂੰ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਘਾਟੇ ਦਾ ਸੌਦਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਸਵਾਲ ਵੱਡਾ ਹੈ ਕਿ ਕੀ ਇਕੱਲੀਆਂ ਸਰਕਾਰਾਂ ਜ਼ਿੰਮੇਵਾਰ ਨੇ? ਕਿਤੇ ਕਿਸਾਨ ਕੋਈ ਗਲਤੀ ਤਾਂ ਨਹੀਂ ਕਰ ਰਿਹਾ ਅਜਿਹੀ ਕਿ ਅਸੀਂ ਖੁਦ ਆਪਣੀ ਜ਼ਮੀਨਾਂ ਤੋਂ, ਆਪਣੀ ਖੇਤੀ ਤੋਂ ਪਾਸਾ ਵੱਟਿਆ? ਬਹੁਤ ਅਜਿਹੇ ਕਿਸਾਨ ਨੇ ਜਿਨ੍ਹਾਂ ਨੇ ਕਿਸਾਨੀ ਨਹੀਂ ਛੱਡੀ, ਜਿਨ੍ਹਾਂ ਨੇ ਖੇਤੀਬਾੜੀ ਨਹੀਂ ਛੱਡੀ, ਜਿਨ੍ਹਾਂ ਨੇ ਇਹ ਸਫਲ ਕਿਸਾਨ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ। ਰਸੋਈ ਦੀਆਂ ਚੀਜ਼ਾਂ ਅਸੀਂ ਸ਼ਹਿਰਾਂ ਵੱਲ ਨੂੰ ਜਾਂਦੇ ਹਾਂ, ਪਰ ਰਸੋਈ ਤੇ ਖੇਤੀ ਦਾ ਕੀ ਸੰਬੰਧ ਹੈ? ਅਸੀਂ ਖੇਤ ਸਾਡੇ ਕੋਲ ਖੇਤ ਹੋਣ ਦੇ ਬਾਵਜੂਦ ਵੀ ਅਸੀਂ ਸਾਰਾ ਸਮਾਨ ਮੁੱਲ ਲੈਂਦੇ ਹਾਂ। ਇਹਨਾਂ ਸਵਾਲਾਂ ਦੇ ਸਨਮੁਖ ਹੁੰਦੇ ਹਾਂ। ਇੱਕ ਉਹ ਸਫਲ ਕਿਸਾਨ, ਇੱਕ ਚੰਗਾ ਅਧਿਆਪਕ, ਇੱਕ ਚੰਗਾ ਪੱਤਰਕਾਰ, ਜਿਸ ਨੇ ਕਿਸਾਨੀ ਨੂੰ ਆਪਣੀ ਜ਼ਿੰਦਗੀ ਦਾ ਕੇਂਦਰ ਬਿੰਦੂ ਬਣਾਇਆ, ਤੇ ਬਹੁਤ ਸਾਰੀਆਂ ਚੀਜ਼ਾਂ ਜੋ ਬਹੁਤ ਸਾਰੇ ਕਿਸਾਨ ਜੋ ਖੇਤੀਬਾੜੀ ਨਾਲ ਜੁੜੇ ਹੋਏ ਨੇ ਉਹਨਾਂ ਲਈ ਇਹ ਜਾਣਕਾਰੀ ਭਰਪੂਰ ਜਿਹੜੀ ਇੰਟਰਵਿਊ ਹੈ ਲੈ ਕੇ ਆ ਰਹੇ ਹਾਂ। ਸਵਾਗਤ ਕਰਦੇ ਹਾਂ ਹਰਦੀਪ ਜਟਾਣਾ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਕਿਸਾਨ ਜ਼ਿੰਮੇਵਾਰ ਹੈ, ਸਰਕਾਰ ਜ਼ਿੰਮੇਵਾਰ ਹੈ। ਕਿੱਥੇ ਕਮੀ ਰੜਕਦੀ ਹੈ ਕਿ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਕੇ ਰੱਖਤਾ। ਦੋਨੇ ਧਿਰਾਂ ਹੀ ਅਸਲ ਦੇ ਵਿੱਚ ਦੋਸ਼ੀ ਨੇ। ਕਿਉਂਕਿ ਜੇ ਆਪਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰੀਏ, 1965 ਤੋਂ ਪਹਿਲਾਂ ਜੀ ਕਿਸਾਨ ਆਤਮ ਨਿਰਭਰ ਸੀ, ਚੰਗਾ ਆਨੰਦ ਮਾਣਦੇ ਸੀ, ਕਰਜ਼ਾ ਮੁਕਤ ਸੀ, ਟੈਨਸ਼ਨ ਫਰੀ ਸੀ। ਤਾਂ ਫਿਰ ਉਹਨਾਂ ਨੂੰ ਕਿਉਂ ਇੱਧਰ ਸਰਕਾਰ ਦੀਆਂ ਜਿਹੜੀਆਂ ਲੋਕ ਲੁਭਾਊ ਨੀਤੀਆਂ ਸੀ, ਨਵੀਆਂ ਨੀਤੀਆਂ ਸੀ, ਕਿਉਂ ਆਉਣਾ ਪਿਆ? ਕਿਉਂ ਆਏ? ਕਿਹੜੀ ਖਿੱਚ ਸੀ ਉਹ ਲੈ ਕੇ ਉਹ ਆਏ? ਚਲੋ ਸਰਕਾਰ ਨੇ ਤਾਂ ਆਪਦੀਆਂ ਪੂਰਤੀਆਂ ਲਈ, ਆਪਦੀਆਂ ਜ਼ਿੰਮੇਵਾਰੀਆਂ ਲਈ, ਲੋੜਾਂ ਦੀ, ਭੋਜਨ ਦੀ, ਅਨਾਜ ਦੀ ਪੂਰਤੀ ਲਈ ਨਵੀਆਂ ਸਕੀਮਾਂ ਲੈ ਕੇ ਆਉਣੀਆਂ ਸੀ। ਪਰੰਤੂ ਦੋਸ਼ੀ ਕਿਸਾਨ ਵੀ ਬਰਾਬਰ ਨੇ, ਜਿਨ੍ਹਾਂ ਨੇ ਉਹ
ਉਹਦੇ ਸਿੱਟੇ ਕੀ ਨਿਕਲਣਗੇ, ਪ੍ਰਭਾਵ ਕੀ ਪਊਗਾ, ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ। ਜਿਵੇਂ ਉਹ ਕਹਿੰਦੇ ਰਹੇ ਇਹ ਮੰਨਦੇ ਰਹੇ। ਉਹਦਾ ਜਿਹੜਾ ਨਤੀਜਾ ਸਾਡੇ ਅੱਜ ਰੂਪ 'ਚ ਨਿਕਲਿਆ, ਪੰਜਾਬ ਦਾ ਕਿਸਾਨ ਕਰਜ਼ਈ ਵੀ ਹੋ ਗਿਆ, ਰੋਗਗ੍ਰਸਤ ਵੀ ਹੋ ਗਿਆ ਤੇ ਮਰ ਵੀ ਗਿਆ ਜੀ, ਫਾਹੇ ਵੀ ਲੈ ਰਿਹਾ। ਨਵੇਂ ਤਰੀਕੇ ਜਿਹੜੀਆਂ ਕੀਟਨਾਸ਼ਕ ਜਿਹੜੇ ਉਹਨੇ ਬੜੇ ਚਾਵਾਂ ਨਾਲ ਆਪਦੇ ਖੇਤਾਂ 'ਚ ਪਾਉਣੇ ਸ਼ੁਰੂ ਕੀਤੇ ਸੀ, ਉਹੀ ਪੀ ਕੇ ਮਰ ਰਿਹਾ। ਬਦਲ ਵੀ ਨਹੀਂ ਦਿਸ ਰਿਹਾ। ਆਪਦੀ ਜ਼ਮੀਨ, ਪਾਣੀ, ਸਾਰਾ ਕੁਝ ਇਸ ਤਰ੍ਹਾਂ ਦਾ ਕਰ ਲਿਆ ਵੀ ਜਿਹੜੀਆਂ ਸਰਕਾਰ ਵੱਲੋਂ ਉਦੋਂ ਥੋਪੀਆਂ ਗਈਆਂ ਫਸਲਾਂ ਸੀ, ਉਹਨਾਂ ਬਿਨਾਂ ਕਿਸਾਨ ਖੇਤੀ ਕਰਨ ਦੇ ਯੋਗ ਵੀ ਨਹੀਂ ਰਿਹਾ, ਸਾਡੇ ਖੇਤ ਵੀ ਨਹੀਂ ਰਹੇ। ਇਹ ਬੜੀ ਵੱਡੀ ਸਮੱਸਿਆ ਹੈ। ਇਹਦੇ ਹੱਲ ਲਈ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਕਿਸਾਨ ਜਿਹੜਾ 1970-75 ਤੋਂ ਪਹਿਲਾਂ, ਹਰੀ ਕ੍ਰਾਂਤੀ ਤੋਂ ਪਹਿਲਾਂ ਜਿਸ ਤਰ੍ਹਾਂ ਜਿਉਂਦਾ ਸੀ, ਕਿਸਾਨ ਪੂਰਨ ਨਿਰਭਰ ਸੀ, ਉਹ ਆਪਦਾ ਕਾਰਜ ਉਹਨੂੰ ਕਰਨਾ ਪਊਗਾ। ਜਿਵੇਂ ਹੁਣ ਕਈ ਵਾਰ ਮੇਰੇ ਤੋਂ ਕਈ ਬੰਦੇ ਆ ਕੇ ਸਵਾਲ ਪੁੱਛਦੇ ਨੇ ਵੀ ਆਰਗੈਨਿਕ ਖੇਤੀ ਕਿਵੇਂ ਕਰੀਏ, ਜ਼ਹਿਰ ਮੁਕਤ ਖੇਤੀ ਕਿਵੇਂ ਕਰੀਏ, ਕਿਹਤੋਂ ਪੁੱਛੀਏ, ਕਿਹਤੋਂ ਸਲਾਹ ਲਈਏ, ਕਿਹੜੇ ਯੂਨੀਵਰਸਿਟੀ, ਕਿਹੜੇ ਮਾਹਰ ਕੋਲੇ ਜਾਈਏ। ਤਾਂ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਆਪਦੇ ਦਾਦੇ ਪੜਦਾਦਿਆਂ ਵਾਲੀ ਖੇਤੀ ਕਰਨੀ ਸ਼ੁਰੂ ਕਰ ਦਿਓ, ਆਰਗੈਨਿਕ ਹੈ। ਘਾਟਾ ਮੁਕਤ ਵੀ ਹੈ, ਘਾਟਾ ਵੀ ਨਹੀਂ ਪੈਂਦਾ। ਕਿਉਂਕਿ ਜਦੋਂ ਦਾ ਅਸੀਂ ਆਪਦੀਆਂ ਜ਼ਮੀਨਾਂ ਦਾ ਪੱਤ ਮਰਲਾ ਬੀਜਣਾ ਸ਼ੁਰੂ ਕਰਤਾ, ਸਾਡੀ ਆਮਦਨ ਬੜੀ ਵੱਧ ਗਈ। ਗੱਲ ਕਰ ਬਚਤਾਂ ਘਟਣ ਕਰਕੇ ਅਸੀਂ ਕਰਜ਼ਈ ਹੋ ਗਏ ਤੇ ਉਹਦੇ ਨਤੀਜੇ ਮੌਤ ਦੇ ਰੂਪ 'ਚ, ਟੈਨਸ਼ਨਾਂ ਦੇ ਰੂਪ 'ਚ। ਤੇ ਪੰਜਾਬ ਜਿੱਥੋਂ ਕਦੇ ਯੂਪੀ, ਬਿਹਾਰ, ਅੱਧਾ ਭਾਰਤ ਜਿੱਥੇ ਲੇਬਰ ਕਰਕੇ ਪੇਟ ਭਰਨ ਆਉਂਦਾ ਸੀ, ਅੱਜ ਉਹੀ ਪੰਜਾਬ ਨੂੰ ਛੱਡ ਕੇ ਪ੍ਰਵਾਸੀ ਹੁੰਦਾ ਜਾ ਰਿਹਾ। ਜੀ, ਅਸੀਂ ਬਰਾਬਰ ਦੋਸ਼ੀ। ਤੁਸੀਂ ਇੱਕ ਪਿੱਛੇ ਜੇ ਪੋਸਟ ਪਾਈ ਸੀ ਕਿ ਮੈਨੂੰ ਕੋਈ ਤੁਸੀਂ 5 ਕਰਜ਼ਈ ਕਿਸਾਨ ਦੇ ਦਿਓ, ਮੈਂ ਉਹਨਾਂ ਨੂੰ ਕਰਜ਼ਾ ਮੁਕਤ ਕਰ ਦੂੰਗਾ ਤੇ ਉਹਨਾਂ ਨੂੰ ਵਾਧੇ ਵਾਲੇ ਪਾਸੇ ਲੈ ਕੇ ਜਾਊਂਗਾ। ਫਿਰ ਇਹੋ ਜਿਹੀ ਕਿਹੜੀ ਗਿੱਦੜ ਸੰਗੀ ਹਰਦੀਪ ਜਟਾਣਾ ਕੋਲੇ ਜਿਹੜੀ ਉਹ ਕਿਸਾਨਾਂ ਨੂੰ ਸਫਲ ਕਿਸਾਨ ਬਣਾ ਦੂ? ਬਿਲਕੁਲ ਜੀ। ਸਭ ਤੋਂ ਵੱਡੀ ਸਾਡੀ ਸਮੱਸਿਆ ਹੈ ਕਿਉਂਕਿ ਜਿਹੜਾ ਮੁੱਲ ਮਿਲਦਾ ਉਹ ਕਿਰਤ ਦਾ ਮਿਲਦਾ ਹੈ, ਲੇਬਰ ਦਾ ਮਿਲਦਾ ਹੈ। ਜੇ ਕੋਈ ਲੇਬਰ ਵਾਲਾ ਮਜ਼ਦੂਰ ਤੁਹਾਡੇ ਕੋਲੇ ਜਿੰਨਾ ਟਾਈਮ ਕੰਮ ਕਰੂਗਾ ਉਹਨੂੰ ਅਸੀਂ ਉਨੇ ਪੈਸੇ ਦੇਵਾਂਗੇ। ਜੇ ਹੁਣ ਅਸੀਂ ਇਹਦਾ ਮੁਲਾਂਕਣ ਕਰੀਏ ਤਾਂ ਕਿਸਾਨ ਖੇਤਾਂ ਤੱਕ ਜਾਂਦਾ ਹੀ ਨਹੀਂ, ਖੇਤ ਦੇ ਵਿੱਚੋਂ ਕੰਮ ਹੀ ਨਹੀਂ ਕਰਦਾ। ਜੇ ਹੁਣ ਆਪਾਂ ਜੀਰੀ ਦੀ ਗੱਲ ਕਰੀਏ, ਜਿਹੜਾ ਹੁਣ ਚੱਲ ਰਿਹਾ ਸੀਜ਼ਨ, ਜੀਰੀ ਕੌਣ ਕਰ ਰਿਹਾ? ਇਹ ਗੱਲ ਬਹੁਤਾਂ ਦੇ ਚੁਭੂਗੀ। ਜੀਰੀ ਜਿਹੜਾ ਬੀਜ ਰਿਹਾ ਹੈ ਉਹ ਲੇਬਰ ਬੀਜ ਰਹੀ ਹੈ, ਯੂਪੀ ਬਿਹਾਰ ਦਾ ਭਈਆ ਬੀਜ ਰਿਹਾ ਜੀ। ਉਸ ਤੋਂ ਬਾਅਦ ਜੀਰੀ ਨੂੰ ਜਿਹੜਾ ਪਾਣੀ ਲਾਉਣਾ ਉਹ ਮੋਟਰਾਂ ਦੇ ਵਿੱਚ ਆਟੋਮੈਟਿਕ ਲਾਇਆ, ਉਹ ਪਾਣੀ ਲਾ ਰਿਹਾ। ਉਸ ਤੋਂ ਬਾਅਦ ਜੀਰੀ ਦੀ ਜਿਹੜਾ ਕੋਈ ਕੀਟਨਾਸ਼ਕ ਵਰਤ ਰਿਹਾ ਉਹ ਮੋਟਰ ਵਾਲੀਆਂ ਢੋਲੀਆਂ ਨੇ ਸਾਡੀਆਂ ਉਹ ਚੱਲ ਰਹੀਆਂ ਨੇ। ਉਦੋਂ ਬਾਅਦ ਜੀਰੀ ਦੀ ਕਟਾਈ ਜਿਹੜੀ ਕਰਨੀ ਉਹਨੂੰ ਕੰਬਾਈਨ ਨੇ ਕਰਨੀ ਹੈ। ਤਾਂ ਫਿਰ ਅਸੀਂ ਕਿਸਾਨ ਨੇ ਕੀ ਕੀਤਾ? ਜੇ ਇਮਾਨਦਾਰੀ ਨਾਲ ਇੱਕ ਵੀ ਕਿਸਾਨ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਮੀਟਰ ਲਾ ਦਿੱਤਾ ਜਾਵੇ ਵੀ ਉਹ ਉਦੋਂ ਹੀ ਆਨ ਹੋਵੇ ਜਦੋਂ ਉਹ ਖੇਤ ਕੰਮ ਕਰਦਾ ਹੈ, ਹੱਥਾਂ ਨਾਲ ਕਿਰਤ ਕਰਦਾ ਹੈ, ਤਾਂ ਜੇ ਤੁਸੀਂ ਸਾਲ ਭਰ ਦੇ ਜਾਂ 6 ਮਹੀਨਿਆਂ ਦੇ ਜਾਂ ਮਹੀਨੇ ਦੇ ਨਤੀਜੇ ਦੇਖੋਗੇ ਤਾਂ ਬੜੇ ਹੈਰਾਨੀਜਨਕ ਹੋਣਗੇ। ਬਹੁਤੇ ਕਿਸਾਨਾਂ ਦੇ ਤਾਂ ਉਹ ਮੀਟਰ ਚੱਲਣੇ ਨਹੀਂ ਹਨ, ਉਸੇ ਤਰ੍ਹਾਂ ਹੀ ਖੜੇ ਰਹਿ ਜਾਣਗੇ। ਇਸ ਤਰ੍ਹਾਂ ਦੀ ਸਥਿਤੀ ਹੈ। ਹੁਣ ਸਭ ਤੋਂ ਵੱਡੀ ਮਾਰ ਪਈ ਹੈ, ਕਿਸਾਨ ਖੇਤਾਂ 'ਚੋਂ ਗੈਰ ਹਾਜ਼ਰ ਹੋ ਗਿਆ। ਆਹ ਸਕੂਟਰੀਆਂ ਨੇ ਜਿਹੜੀਆਂ ਇਲੈਕਟ੍ਰੋਨਿਕ ਮੋਟਰਾਂ ਵਾਲੀਆਂ, ਬੈਟਰੀ ਵਾਲੀਆਂ, ਹੁਣ ਇਹ ਖੇਤਾਂ ਦੇ ਰਾਹਾਂ ਤੇ ਐਂ ਫਿਰਦੀਆਂ ਨੇ ਜਿਵੇਂ ਕੋਈ ਸਟੇਟ ਹਾਈਵੇ ਤੇ ਟਰਾਂਸਪੋਰਟ ਚੱਲਦੀ ਹੈ। ਉਹਨਾਂ ਨੇ ਕਿਸਾਨ ਨੂੰ ਰੋਗੀ ਕਰ ਦੇਣਾ। ਕਿਸਾਨ ਕੋਲੇ ਸ਼ੂਗਰ ਤੋਂ ਬਚਣ ਦਾ ਇੱਕੋ ਹੀ ਤਰੀਕਾ ਸੀ, ਖੇਤ ਜਾਣਾ, ਪੈਦਲ ਜਾਣਾ, ਉਹ ਵੀ ਛੱਡਤਾ। ਇਸ ਕਰਕੇ ਜੇ ਕਰਜ਼ਾ ਮੁਕਤ ਹੋਣਾ ਕਿਸਾਨ ਨੇ ਤਾਂ ਹੱਥੀਂ ਕਿਰਤ ਕਰਨੀ ਪਊ। ਦੇਖੋ ਅਸੀਂ ਕਿਸ ਤਰ੍ਹਾਂ ਦੇ ਹਾਂ, ਅਸੀਂ ਆਪਦੇ ਬੱਚਿਆਂ ਨੂੰ 20-20, 25-25 ਲੱਖ ਰੁਪਈਆ ਲਾ ਕੇ ਪੜ੍ਹਾਈ ਦੇ ਨਾਂ ਤੇ ਵਿਦੇਸ਼ ਤੋਰ ਰਹੇ ਹਾਂ। ਸਾਨੂੰ ਪਤਾ ਵੀ ਉੱਥੇ ਜਾ ਕੇ ਕੀ ਕਰਦੇ ਨੇ, ਕਾਰੋਬਾਰ ਕਰਦੇ ਨੇ, ਲੇਬਰ ਕਰਦੇ ਨੇ। ਅਸਲ 'ਚ ਉਹ 18-18 ਘੰਟੇ ਕੰਮ ਕਰਦੇ ਆ। ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਸਾਡਾ ਬੱਚਾ ਪੜ੍ਹਦਾ ਹੈ, ਉਦੋਂ ਬਾਅਦ ਹੁਣ ਕੰਮ 'ਤੇ ਗਿਆ, ਟਰੱਕ ਚਲਾਉਂਦਾ, ਸਟੋਰ 'ਚ ਗਿਆ, ਟੈਕਸੀ ਚਲਾਉਂਦਾ, ਪੈਕਿੰਗ ਕਰਦਾ। ਅਸੀਂ ਆਪ ਕੋਈ ਸਿੱਖਿਆ ਨਹੀਂ ਲੈਂਦੇ। ਅਸੀਂ ਕੰਮ ਜਮਾਂ ਹੀ ਛੱਡਤਾ, ਉਦੋਂ ਵੀ ਘਟਾਤਾ। ਜਿਹੜਾ ਥੋੜਾ ਮੋਟਾ ਕਰਦੇ ਸੀ ਉਹ ਵੀ ਛੱਡਤਾ। ਸਾਨੂੰ ਕੰਮ ਕਰਨਾ ਪਊ। ਜੇ ਆਦਤ ਸਾਡੀ ਟੁੱਟ ਗਈ ਆ ਤਾਂ ਪਹਿਲਾਂ 5 ਘੰਟੇ, 8 ਘੰਟੇ, 10 ਘੰਟੇ। ਇਸ ਗੱਲ ਦੇ ਉੱਤੇ ਲੋਕ, ਬਹੁਤ ਗਿਣਤੀ ਲੋਕ ਇਹ ਕਹਿੰਦੇ ਨੇ ਵੀ ਉਧਰ ਮਿਹਨਤ ਦਾ ਮੁੱਲ ਮਿਲਦਾ ਹੈ। ਕਹਿੰਦੇ ਵੀ ਜੇ ਇੰਨੀ ਮਿਹਨਤ ਅਸੀਂ ਇੰਡੀਆ 'ਚ ਕਰਦੇ ਹਾਂ, ਕਹਿੰਦੇ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਕਰਦਾ ਕੌਣ ਹੈ ਜੀ? ਕੋਈ ਦੱਸੇ ਤਾਂ ਸਹੀ ਜਿਹੜਾ ਮਿਹਨਤ ਕਰਦਾ। ਹੁਣ ਜੇਕਰ ਕੋਈ ਸਰਕਾਰੀ ਮੁਲਾਜ਼ਮ ਹੈ, ਉਹਦੇ 'ਚ 10 ਘੰਟੇ ਜਾਂ 8 ਘੰਟਿਆਂ ਦੀ ਡਿਊਟੀ ਹੈ, ਉਹ ਵੀ ਚਾਹੁੰਦਾ ਵੀ ਵਿੱਚੋਂ ਹੀ ਮੈਂ ਚਾਹ ਵੀ ਉਹਦੇ ਵਿੱਚੋਂ ਪੀਵਾਂ, ਰੋਟੀ ਮੈਂ ਉਹਦੇ ਵਿੱਚ ਬੈਠ ਕੇ ਖਾਵਾਂ, ਕਿਸੇ ਰਿਸ਼ਤੇਦਾਰ ਦੇ ਕੰਮ ਜਾਣਾ, ਕਿਸੇ ਨੂੰ ਮਿਲਣਾ, ਉਹ ਵੀ ਉਹਦੇ ਵਿੱਚ ਕਰਾਂ। ਇਮਾਨਦਾਰੀ ਤਾਂ ਸਾਡੇ 'ਚ ਉੱਥੋਂ ਹੀ ਮਰ ਜਾਂਦੀ ਹੈ। ਜੇ ਪ੍ਰਾਈਵੇਟ ਖੇਤਰ 'ਚ ਹੈ ਕੋਈ, ਉੱਥੇ ਵੀ ਸੇਮ ਸਥਿਤੀ ਹੈ। ਜੇ ਕੋਈ ਮਜ਼ਦੂਰੀ ਕਰਨ ਜਾਂਦਾ, ਮਾਲਕ ਕੋਲੇ ਨਹੀਂ ਹੈਗਾ, ਉੱਥੇ ਵੀ ਸੇਮ ਸਥਿਤੀ ਹੈ। ਅਸੀਂ ਕੰਮ ਪ੍ਰਤੀ ਇਮਾਨਦਾਰੀ ਨਹੀਂ ਹਾਂ। ਬਾਹਰਲੇ ਕੰਟਰੀ ਦੇ ਵਿੱਚ ਉਹਨਾਂ ਨੇ ਜਿਹੜਾ ਫਿੱਟ ਕੀਤਾ ਹੋਇਆ ਇੱਕ ਚੇਨ ਦੇ ਵਿੱਚ, ਜਿਵੇਂ ਅੜੀ ਫਿੱਟ ਕੀਤੀ ਜਾਂਦੀ ਹੈ, ਇਸ ਤਰ੍ਹਾਂ ਲੋਕਾਂ ਨੂੰ ਫਿੱਟ ਕੀਤਾ ਹੋਇਆ।
ਤੇ ਦੂਸਰੇ ਦਿਨ ਜੇ ਕੰਮ ਨਹੀਂ ਕਰਦਾ ਤਾਂ ਉਹਨੂੰ ਚਿੱਟਾ ਜਵਾਬ ਹੈ। ਸਾਡੇ ਤਾਂ ਹੈ ਹੀ ਨਹੀਂ ਇਹ ਜੀ ਸਥਿਤੀ। ਦੇਖੋ ਸਾਡੇ ਸਥਿਤੀ ਇਹ ਬਣੀ ਹੋਈ ਹੈ, ਕੰਮ ਕਰਨ ਵਾਲਿਆਂ ਕੋਲ ਕੰਮ ਨਹੀਂ, ਜਿਹੜੇ ਕੰਮ ਕਰ ਰਹੇ ਨੇ ਉਹਨਾਂ ਕੋਲੇ ਕੰਮ ਕਰਨ ਵਾਲੇ ਬੰਦੇ ਨਹੀਂ ਹਨ, ਉਹਨਾਂ ਨੂੰ ਲੇਬਰ ਨਹੀਂ ਮਿਲਦੀ। ਲੇਬਰ ਜਿਹੜੀ ਮਿਲਦੀ ਹੈ ਮਾਹਰ ਨਹੀਂ। ਜਦੋਂ ਮਾਹਰ ਬੰਦਾ ਕਿਸੇ ਖੇਤ 'ਚ ਲੱਗਿਆ ਹੁੰਦਾ ਹੈ, ਉਦੋਂ ਹੀ ਕਿਸੇ ਵੀ ਖੇਤਰ 'ਚ ਲੱਗਿਆ ਹੁੰਦਾ ਉਦੋਂ ਹੀ ਕੰਮ ਕਰਦਾ ਹੈ। ਹੁਣ ਜੇ ਕਿਸਾਨੀ ਦੇ ਕੰਮ ਕਰਨ ਦੀ ਤੁਸੀਂ ਗੱਲ ਕਰੋ ਤਾਂ ਮੈਂ ਕਹਿੰਦਾ 80% ਕਿਸਾਨਾਂ ਨੂੰ ਜਿਹੜਾ ਉਹਨਾਂ ਨੇ ਖੇਤਾਂ ਦੇ ਵਿੱਚ ਫਸਲ ਬੀਜੀ ਹੈ ਉਹ ਬੀਜ ਦਾ ਨਾਂ ਨਹੀਂ ਪਤਾ। ਜਿਹੜਾ ਕੀਟਨਾਸ਼ਕ ਕਰ ਰਹੇ ਨੇ, ਛਿੜਕਾਅ ਕਰ ਰਹੇ ਨੇ, ਅੰਨ੍ਹੇਵਾਹ ਕਹੂੰਗਾ ਮੈਂ ਤਾਂ, ਉਹ ਵਰਤੋਂ ਲਾਈ ਲੱਗ ਪਾਉਣੇ 'ਚ ਕਰ ਰਹੇ ਨੇ ਕਿਸ ਤੋਂ ਪੁੱਛ ਕੇ। ਉਹਨਾਂ ਨੂੰ ਸਲਾਹ ਕੌਣ ਦਿੰਦਾ? ਸ਼ਹਿਰ ਦੇ ਵਿੱਚ ਬੈਠਾ ਇੱਕ ਦੁਕਾਨਦਾਰ ਜਿਹੜਾ ਕਦੇ ਖੇਤ ਨਹੀਂ ਆਇਆ, ਉਹਦੀ ਗੱਲ ਮੰਨ ਕੇ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਮੈਂ ਹੁਣ ਪਿੱਛੇ ਜੇ ਨਰਮੇ ਦੇ ਉੱਪਰ ਮੈਂ ਇੱਕ ਦੇਸੀ ਨੁਕਤਾ, ਕੋਈ ਅੰਮ੍ਰਿਤਧਾਰਾ ਕਹਿੰਦੇ ਆਪਣੇ ਪੇਟ ਦਰਦ ਵਾਸਤੇ ਵਰਤਿਆ ਜਾਂਦਾ, ਮੈਂ ਉਹਦੀ ਸਪਰੇਅ ਕੀਤੀ, ਛਿੜਕਾਅ ਕਰਵਾਇਆ ਤੇ ਚਿੱਟਾ ਮੱਛਰ, ਕੋਈ ਜਿਹੜੀ ਸੁੰਡੀ ਮੱਛੀ ਮੱਖੀ ਸੀ, ਚਿੱਟੀ ਮੱਖੀ ਹੈ ਨਹੀਂ, ਖਤਮ ਹੈ ਬਿਲਕੁਲ। ਚਾਹੇ ਜਾ ਕੇ ਨਰਮੇ ਦੇਖ ਲਓ, 1 ਏਕੜ ਮੈਂ ਨਰਮਾ ਬੀਜਿਆ ਵੀ ਨਾਲ ਪ੍ਰਯੋਗ ਲਈ। ਸਭ ਕੁਝ ਹੁੰਦਾ ਹੈ, ਉਡੀਕ ਕਰਨੀ ਪੈਂਦੀ ਹੈ। ਜੇ ਸਾਡਾ ਪੇਟ ਦਰਦ ਕਰਨ ਲੱਗ ਜਾਂਦਾ ਤੁਰਤ ਤਾਂ ਉਹ ਵੀ ਨਹੀਂ ਹਟਦਾ, ਉਹ ਵੀ ਕੁਝ ਸਮਾਂ ਲੈਂਦਾ। ਹਰੇਕ ਚੀਜ਼ ਦਾ ਸਮਾਂ ਹੈ। ਅਸੀਂ ਕਾਲੇ ਬੜੇ ਹਾਂ, ਸਾਨੂੰ ਮਿੱਤਰ ਕੀੜਿਆਂ ਦਾ ਨਹੀਂ ਪਤਾ, ਅੰਨ੍ਹੇਵਾਹ ਅਸੀਂ ਕਾਰਜ ਕਰ ਰਹੇ ਹਾਂ ਤੇ ਹੱਥਾਂ ਤੇ ਕੰਮ ਨਹੀਂ ਕਰ ਰਹੇ ਇਮਾਨਦਾਰੀ ਨਾਲ। ਕੋਈ ਵੀ ਕਿਸਾਨ ਆਪਦਾ ਕੰਮ ਦਾ ਸਮਾਂ ਨਿਸ਼ਚਿਤ ਕਰਕੇ ਦੇਖੇ ਤੇ ਜੇ ਇੱਥੇ ਇਮਾਨਦਾਰੀ ਨਾਲ 12 ਘੰਟੇ ਵੀ ਕੰਮ ਕਰੂ, ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਬੰਦਾ ਭੁੱਖਾ ਮਰਨ ਵਾਲੀ ਗੱਲ ਹੀ ਨਹੀਂ। ਵੱਡੀਆਂ ਵੱਡੀਆਂ ਉਦਾਹਰਨਾਂ ਨੇ ਇਸ ਤਰ੍ਹਾਂ ਦੀਆਂ। ਜਦੋਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਪ੍ਰਤੀ ਹਮੇਸ਼ਾ ਰੋਸ ਰਹਿੰਦਾ, ਸਰਕਾਰ ਜਥੇਬੰਦੀਆਂ ਦਾ। ਇੱਕ ਜਿਹੜਾ ਬੁੱਧੀਜੀਵੀ ਤਬਕਾ ਹੈ ਜਾਂ ਬਹੁਤੇ ਲੋਕ ਇਹ ਵੀ ਸੋਚਦੇ ਨੇ, ਦੇਖੋ ਫੰਡਾਂ ਦੇ ਰੂਪ ਵਿੱਚ ਜਦੋਂ ਅਸੀਂ ਦਿੱਲੀ ਧਰਨ ਦੀ ਗੱਲ ਕਰਦੇ ਹਾਂ, ਲੱਖਾਂ ਕਰੋੜਾਂ ਰੁਪਏ ਦਾ ਫੰਡ ਆਉਂਦੇ ਨੇਗੇ, ਪਰ ਜਥੇਬੰਦੀਆਂ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਟ੍ਰੇਨਿੰਗ ਦੇ ਰੂਪ ਵਿੱਚ ਵੀ ਜਿਹੜੇ ਸਫਲ ਤੁਹਾਡੇ ਵਰਗੇ ਕਿਸਾਨ ਨੇ ਜਾਂ ਹੋਰ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਐਕਸਟਰਾ ਜਿਹੜਾ ਕੰਮ ਕੀਤਾ ਖੇਤੀ ਦੇ ਵਿੱਚ, ਵੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਆਪਣੇ ਪੱਧਰ ਤੇ ਦਿੱਤੀਆਂ ਜਾਣ? ਬਿਲਕੁਲ, ਮੈਂ ਤਾਂ ਕਹੂੰਗਾ ਵੱਡੀ ਘਾਟ ਹੈ। ਕਿਸਾਨ ਜਥੇਬੰਦੀਆਂ ਨੇ ਆਪਣੇ ਪੇਂਡੂ ਪੱਧਰ ਤੇ ਵਿੰਗ ਬਣਾਏ ਹੋਏ ਨੇ, ਵੱਡਾ ਉਹਨਾਂ ਦਾ ਜਾਲ ਹੈ, ਸੰਗਠਨ ਤਾਂ ਪਹਿਲਾਂ ਬਣੀ ਪਿਆ, ਹਰ ਇੱਕ ਥਾਂ ਉਹਨਾਂ ਦਾ ਸਟਰਕਚਰ ਹੈ, ਪਹੁੰਚੇ ਹੋਏ ਨੇ। ਸਭ ਤੋਂ ਵੱਡੀ ਘਾਟ ਹੈ ਵੀ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਨੁਮਾਇੰਦਾ ਕਦੇ ਵੀ ਕਿਸੇ ਕਿਸਾਨਾਂ ਦੇ ਗਰੁੱਪ ਨੂੰ ਕਿਸੇ ਵਿਸ਼ੇਸ਼ ਟ੍ਰੇਨਿੰਗ ਲਈ, ਕਿਸੇ ਵਿਸ਼ੇਸ਼ ਚੀਜ਼ ਨੂੰ ਦਿਖਾਉਣ ਲਈ ਲੈ ਕੇ ਨਹੀਂ ਗਿਆ। ਮੇਰੇ ਕੋਲ ਵੀ ਨਹੀਂ ਕਦੇ ਕੋਈ ਆਇਆ ਜੀ। ਹਾਲਾਂਕਿ ਮੈਂ ਗੰਨਾ ਕਰਦਾ, ਸਾਰੇ ਕਿਸਮ ਦੀਆਂ ਸਬਜ਼ੀਆਂ ਦੀ ਕੋਸ਼ਿਸ਼ ਕਰਦੇ ਹਾਂ, ਆਪਦੇ ਲਈ ਤਾਂ ਸਾਰਾ ਕੁਝ ਕਰਦੇ ਹਾਂ ਜੀ। ਕੋਈ ਨਹੀਂ ਆਇਆ ਕਦੇ, ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜੀ। ਮਤਲਬ ਮੈਂ ਤਾਂ ਇਹ ਕਹੂੰਗਾ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਤਾਂ ਵਿੱਢ ਰੱਖਿਆ, ਬੜਾ ਸਫਲ ਵੀ ਹੋਇਆ, ਵੱਡੀਆਂ ਗੱਲਾਂ ਨੇ। ਸਰਕਾਰ ਨੂੰ ਮੂਹਰੇ ਲਾਇਆ, ਅੜੀ ਵਾਲਾ ਰਵੱਈਏ ਵਾਲੇ ਮੰਤਰੀਆਂ ਨੂੰ, ਉਹਨਾਂ ਨੂੰ ਮੂਹਰੇ ਲਾਇਆ। ਗੱਲ ਕਰ ਉਹਦਾ ਬਦਲ, ਜਿਹੜਾ ਉਹਦਾ ਨਤੀਜਾ ਸੀ ਜਾਂ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹਨਾਂ ਨੂੰ ਕਿੱਥੇ ਫਿੱਟ ਕਰਨਾ, ਉਹਦੇ ਵਿੱਚ ਫੇਰ ਮਾਰ ਖਾ ਗਏ ਜੀ। ਉੱਥੋਂ ਵਾਪਸੀ ਅੱਡੋ ਅੱਡ ਗਏ, ਇਕੱਠੇ ਹੋ ਗਏ, ਵਾਪਸੀ ਆਉਣ ਵੇਲੇ ਫੇਰ ਅੱਡੋ ਅੱਡ ਹੋ ਗਏ। ਇਹ ਸਾਡੀਆਂ ਵੱਡੀਆਂ ਸਮੱਸਿਆਵਾਂ ਨੇ। ਇੱਕ ਹੁਣ ਆਰਗੈਨਿਕ ਖੇਤੀ ਲੋਕ ਕਰ ਰਹੇ, ਜਿਹੜੀ ਤੁਸੀਂ ਕਰ ਰਹੇ ਹੋ, ਸ਼ੁਰੂ ਦੇ ਵਿੱਚ ਜੇ ਕਿਸੇ ਨੇ ਕਰਨੀ ਸ਼ੁਰੂ ਕਰਨੀ ਹੈ ਤਾਂ ਉਹ ਕਿਵੇਂ ਕਰ ਸਕਦਾ ਹੈ? ਉਹਦਾ ਕੀ ਤਰੀਕਾ ਜਾਂ ਕੋਈ ਨਵੀਂ ਜਾਣਕਾਰੀ ਵੀ ਕਿਸੇ ਨੇ 2-4 ਕਿੱਲੇ ਕਿਸੇ ਕੋਲ ਹੈਗੇ ਨੇ, ਉਹਨੇ ਕਰਨੀ ਸ਼ੁਰੂ ਕਰਨੀ, ਕਿਉਂਕਿ ਜਿਹੜੀ ਜ਼ਮੀਨ ਹੈ ਇੱਕੋ ਲਗਤ ਸ਼ੁਰੂ ਹੋ ਜਾਂਦੀ ਹੈ ਜਾਂ ਕੀ ਸਮੱਸਿਆ? ਬਿਲਕੁਲ ਜੀ, ਟਾਈਮ ਲੱਗਦਾ। ਇਹ ਕਿਸੇ ਨਸ਼ੇੜੀ ਨੂੰ ਨਸ਼ਾ ਛਡਾ ਕੇ ਕੰਮ ਕਰਨ ਵਾਸਤੇ ਤਿਆਰ ਕਰਨਾ ਉਹਦੇ ਬਰਾਬਰ ਹੈ। ਪੰਜਾਬ ਦੀ ਜਿਹੜੀ ਜ਼ਮੀਨ ਹੈ ਇਸ ਟਾਈਮ, ਉਹਦੇ ਵਿੱਚ ਇੱਕ ਵਿਸ਼ੇਸ਼ ਤੌਰ 'ਤੇ 2-3 ਫੁੱਟ ਥੱਲੇ ਜਾ ਕੇ ਕੜਾ ਬਣਿਆ ਹੋਇਆ, ਜਿਹਦੇ ਕਰਕੇ ਪਾਣੀ ਦੀ ਸੀਪੇਜ ਨਹੀਂ ਹੁੰਦੀ। ਜਿਵੇਂ ਆ ਮਲੋਟ ਏਰੀਏ 'ਚ ਦੇਖੋ ਹੁਣ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਕਾਰਨ ਇਹੀ ਹੈ, ਪਾਣੀ ਧਰਤੀ ਦੇ ਵਿੱਚ ਨਹੀਂ ਜੀਰਦਾ। ਜ਼ਮੀਨ ਨੂੰ ਤਿਆਰ ਕਰਨ ਵਾਸਤੇ ਟਾਈਮ ਲੱਗੂਗਾ। ਜੇ ਤੁਹਾਨੂੰ ਮੈਂ ਹੁਣ ਗੱਲ ਦੱਸਾਂ ਵੀ ਜੇ ਅੱਜ ਜੀਰੀ ਝੋਨਾ ਬੰਦ ਹੋ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਕੋਲ ਜਿਹੜੇ ਜੀਰੀ ਬੀਜਦੇ ਨੇ ਉਹਨਾਂ ਕੋਲ ਕਿਸੇ ਫਸਲ ਦਾ ਕੋਈ ਬਦਲ ਨਹੀਂ, ਉਹਨਾਂ ਦੇ ਖੇਤ ਬੰਜਰ ਰਹਿ ਜਾਣਗੇ, ਨਹੀਂ ਹੁੰਦੀ ਕੋਈ ਫਸਲ। ਉਹਨੂੰ ਤਿਆਰ ਕਰਨਾ ਪਊਗਾ। ਜੇ ਅਸੀਂ ਕਹੀਏ ਵੀ ਇੱਕੇ ਵਾਰ ਅਸੀਂ 100% ਜ਼ਹਿਰ ਮੁਕਤ ਖੇਤੀ ਕਰ ਲਾਂਗੇ, ਉਹ ਵੀ ਸੰਭਵ ਨਹੀਂ ਹੈ, ਕਿਉਂਕਿ ਉਹ ਨਸ਼ੇੜੀ ਨੂੰ ਹੌਲੀ ਹੌਲੀ ਆਦਤਾਂ ਉਹਦੀਆਂ ਬਦਲਣੀਆਂ ਪੈਣਗੀਆਂ। ਉਹਦਾ ਇੱਕ ਵੱਡੀ ਸਮੱਸਿਆ ਇਹ ਵੀ ਹੈ, ਸਾਡੇ ਕੋਲ ਜਿਹੜੇ ਸਾਡੇ ਬੀਜ ਸੀ, ਸ਼ਕਤੀ ਵਾਲੇ ਬੀਜ ਸੀ, ਸਾਡੇ ਪਾਵਰਫੁੱਲ ਬੀਜ ਸੀ, ਦੇਸੀ ਬੀਜ ਸੀ, ਉਹ ਵੀ ਅਸੀਂ ਗਵਾ ਲਏ ਨੇ। ਹੁਣ ਸਾਡੇ ਕੋਲੇ ਉਹਨਾਂ ਦੇ ਪਲਾਂਟ ਬੀਜ ਆ ਰਹੇ ਨੇ ਆਪਣੇ ਤਰੀਕੇ ਨਾਲ ਤਿਆਰ ਕੀਤੇ ਹੋਏ, ਜਿਵੇਂ ਫੋਨਾਂ ਵਾਲੇ ਨੇ। ਹੁਣ ਫੋਨਾਂ ਦੀ ਸਥਿਤੀ ਕੀ ਹੈ, ਸਾਲ ਦੇ ਵਿੱਚ ਤੁਹਾਨੂੰ ਫੋਨ ਬਦਲਣਾ ਹੀ ਪੈਣਾ, ਤੁਸੀਂ ਜਿੱਧਰ ਮਰਜ਼ੀ ਭੱਜ ਲਓ। ਉਹਨਾਂ ਨੇ ਸਾਰਾ ਇਸ ਤਰ੍ਹਾਂ ਇੰਸਟਾਲ ਕੀਤਾ ਹੋਇਆ, ਉਸੇ ਤਰ੍ਹਾਂ ਹੀ ਬੀਜਾਂ ਦੀ ਸਥਿਤੀ ਬਣ ਗਈ ਹੈ। ਹੁਣ ਬੀਜ ਸਾਨੂੰ ਆਪਣੇ ਆਪ ਪੈਦਾ ਕਰਨੇ ਪੈਣਗੇ। ਪੁਰਾਣੇ ਬੀਜ ਜਿਹੜੇ ਕੋਈ ਪੁਰਾਣੇ ਲੋਕਾਂ ਨੇ ਸੰਭਾਲੇ ਨੇ ਉਹਨਾਂ ਨੂੰ ਇੱਧਰ ਆਉਣਾ ਪਊਗਾ। ਫਿਰ ਦੂਜੀ ਸਭ ਤੋਂ ਵੱਡੀ ਗੱਲ, ਭੋਜਨ ਜਿਹੜਾ ਸਾਡਾ
ਸਾਡੇ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਦੋ ਹੀ ਚੀਜ਼ਾਂ ਨੇ, ਨਮਕ ਤੇ ਚਾਹ ਪੱਤੀ, ਜਿਹੜੀ ਪੰਜਾਬ 'ਚ ਨਹੀਂ ਹੁੰਦੀ, ਬਾਕੀ ਸਾਰਾ ਕੁਝ ਹੁੰਦਾ ਹੈ। ਗੱਲ ਕਰ ਦੁੱਖ ਹੈ ਵੀ ਪੰਜਾਬ ਦੇ 90% ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਰਸੋਈ ਦੀਆਂ 50% ਤੋਂ ਉੱਪਰ ਚੀਜ਼ਾਂ ਮੁੱਲ ਲੈਂਦੇ ਨੇ। ਤੁਹਾਡਾ ਕੀ ਤਜਰਬਾ ਰਿਹਾ, ਤੁਸੀਂ ਨੇ ਕਿਹੜੀਆਂ ਫਸਲਾਂ ਜਾਂ ਰਸੋਈ ਦਾ ਕਿਹੜਾ ਸਮਾਨ ਹੁਣ ਤੱਕ ਆਪਣੇ ਮਲਵਈ ਸਟੋਰ ਦੇ ਵਿੱਚ ਪੈਦਾ ਕਰ ਲਿਆ ਵੀ ਆਹ ਚੀਜ਼ਾਂ ਯਾਰ ਮੈਂ ਖੁਦ ਉਗਾਉਣਾ ਮੈਂ? ਬਿਲਕੁਲ ਜੀ, ਜਿਵੇਂ ਸਭ ਤੋਂ ਵੱਡੀ ਗੱਲ ਹੈ ਦੋ ਤਿੰਨ ਕੱਲੀ ਕੱਲੀ ਦਾ ਜ਼ਿਕਰ ਕਰੋ ਵੀ ਹਾਂ ਲੋਕਾਂ ਨੂੰ ਪਤਾ ਲੱਗੇ ਵੀ ਹਾਂ। ਜਿਵੇਂ 2-3 ਵਾਰ ਵਰਤਿਆ ਜਾਂਦਾ ਜੀ ਦਿਨ ਦੇ ਵਿੱਚ, ਤੜਕਾ ਲਾਉਂਦੇ ਆ ਤੇਲ, ਉਹ ਵੀ ਮੇਰੀ ਆਪਦੀ ਸਰੋਂ ਦਾ, ਸਧਾਰਨ ਸਰੋਂ ਤੇ ਸਰੋਂ ਤੇ ਕੋਈ ਰੇ ਸਪਰੇ ਜਾਂ ਹੋਰ ਇਸ ਤਰ੍ਹਾਂ ਦਾ ਕੋਈ? ਨਹੀਂ, ਲੋੜ ਹੀ ਨਹੀਂ ਪੈਂਦੀ ਜੀ, ਕਾਸੇ ਦੀ ਜ਼ਰੂਰਤ ਨਹੀਂ ਪੈਂਦੀ। ਉੱਥੇ ਸਾਡੇ ਮਿੱਤਰ ਕੀੜੇ ਤੇ ਪੰਛੀ ਨੇ ਜਿਹੜੇ ਮਦਦ ਕਰਦੇ ਨੇ। ਤੁਸੀਂ ਰੇ ਸਪਰੇ ਤਾਂ ਉਦੋਂ ਕਰੋਗੇ ਜਦੋਂ ਤੁਸੀਂ ਚਾਹੁੰਦੇ ਹੋ ਵੀ ਅਸੀਂ ਖੇਤ 'ਚ ਨਾ ਜਾਈਏ, 10 ਮਿੰਟਾਂ ਦਾ ਗੇੜਾ ਲਾਈਏ ਤੇ ਕੰਮ ਤਮਾਮ ਹੋ ਜਾਏ। ਪਹਿਲਾਂ ਕਣਕਾਂ ਤੇ ਕਿਹੜੀ ਸਪਰੇ ਹੁੰਦੀ ਸੀ, 5-5 ਗੋਡੀਆਂ ਹੁੰਦੀਆਂ ਸੀ, ਕੰਮ ਚੱਲਦਾ ਸੀ। ਉਸੇ ਤਰ੍ਹਾਂ ਹੀ ਨਰਮੇ 'ਚ ਹੁੰਦਾ ਸੀ, ਕਿਉਂਕਿ ਹੱਲ ਚੱਲ ਨਾਲ ਇਹਨਾਂ ਦਾ ਜਿਹੜੀ ਚੀਜ਼ਾਂ ਨੇ, ਹੁਣ ਸਾਡੇ ਬੂਟੇ ਹੀ ਨਹੀਂ ਹਲਦੇ ਹਵਾ ਬਿਨਾਂ ਹੁੰਦਾ। ਜਿਵੇਂ ਫਿਰ ਦਿਨ ਦੇ ਵਿੱਚ ਜਿਹੜਾ 5 ਵਾਰ ਸਭ ਤੋਂ ਵੱਧ ਵਰਤਿਆ ਜਾਣ ਵਾਲਾ, ਜਿਹਨੂੰ ਮਿੱਠਾ ਕਹਿੰਦੇ ਆ, ਖੰਡ ਜਾਂ ਗੁੜ, ਉਹ ਵੀ ਮੈਂ ਪੈਦਾ ਕਰਦਾ, ਸ਼ੁੱਧ ਰੂਪ 'ਚ ਕਰਦਾ। ਗੰਨਾ ਤੁਸੀਂ ਆਪ? ਬਿਲਕੁਲ ਜੀ, ਸਾਰਾ ਗੰਨਾ। ਕਿੰਨੇ ਏਕੜ ਗੰਨਾ ਹੋਗਾ? ਮੇਰੇ ਕੋਲ 11 ਏਕੜ ਗੰਨਾ ਲਾਸਟ ਈਅਰ ਸੀ ਤੇ ਹੁਣ ਮੈਂ ਵਧਾ ਰਿਹਾ ਲਗਾਤਾਰ। ਬਹੁਤੇ ਲੋਕ ਤਾਂ ਇਹੀ ਕਹਿੰਦੇ ਨੇ, ਕਹਿੰਦੇ ਮੰਡੀਕਰਨ ਦੀ ਸਮੱਸਿਆ ਆਉਂਦੀ ਹੈ। ਮੰਡੀਕਰਨ ਤੁਸੀਂ ਗੰਨਾ ਬੀਜ ਲਿਆ, ਉਹਦਾ ਕੀ ਹੱਲ ਹੈ? ਗੰਨਾ ਮੈਂ ਉਹਨੂੰ ਆਪਣਾ ਆਪ ਪ੍ਰੋਸੈਸ ਕਰਦਾ, ਮੇਰਾ ਪ੍ਰੋਜੈਕਟ ਹੈ, ਨਾਲ ਘਲਾੜਾ ਲੱਗਿਆ ਹੋਇਆ, ਮੈਂ ਉਹਨੂੰ ਇੱਥੇ ਸੇਲ ਕਰਦਾ। ਤੁਹਾਡੀ ਜਾਣਕਾਰੀ ਲਈ ਦੱਸਾਂ, ਸਾਡਾ ਗੁੜ ਬੈਂਕ ਬਣਿਆ ਹੋਇਆ। ਅੱਜ ਸਥਿਤੀ ਇਹ ਹੈ, ਸਾਡੇ ਕੋਲ ਕਿਸੇ ਨੂੰ ਇੱਕ ਜਿਹੜੇ ਮੈਂਬਰ ਨੇ ਸਾਡੇ 243 ਮੈਂਬਰ ਨੇ, ਉਹਨਾਂ ਤੋਂ ਬਿਨਾਂ ਅਸੀਂ ਕਿਸੇ ਨੂੰ ਗੁੜ ਦੀ ਡਲੀ ਵੀ ਨਹੀਂ ਦਿੰਦੇ। ਵਿਕਰੀ ਲਈ ਸਾਡੇ ਕੋਲ ਕੋਈ ਗੁੜ ਨਹੀਂ। ਗਾਹਕ ਸਾਡੇ ਕੋਲ ਕਿੰਨੇ ਆ ਕੇ ਰੋਜ਼ ਮੁੜਦੇ ਨੇ, ਸਾਡੇ ਨਾਲ ਲੜ ਕੇ ਵੀ ਜਾਂਦੇ ਨੇ ਬਹੁਤੇ। ਅਸੀਂ ਜਿਹੜੇ ਸਾਡੇ ਮਾਰਚ ਮਹੀਨੇ ਅਸੀਂ ਡਿਮਾਂਡ ਲੈਨੇ ਆ, ਉਹਨਾਂ ਦਾ ਗੁੜ ਸਾਡੇ ਕੋਲ ਸਟੋਰ ਕੀਤਾ ਹੋਇਆ ਤੇ ਉਹ ਗੁੜ ਅਸੀਂ ਵਰਤਦੇ ਹਾਂ। ਉਸੇ ਤਰ੍ਹਾਂ ਹੀ ਹਲਦੀ ਮੇਰੇ ਇੱਥੇ ਬੀਜੀ ਹੋਈ ਹੈ ਸਾਹਮਣੇ। ਇਹ ਗੁੜ ਦੀ, ਹਾਂ ਮੈਂ ਇਹ ਗੱਲ ਵਿਚਾਰੇ ਰਹਿ ਗਈ, ਫਿਰ ਇਹ ਗੱਲ ਰਹਿ ਜੂਗੀ। ਇਹ ਗੁੜ ਦੀ ਜੋ ਗੱਲ ਚੱਲਦੀ ਹੈ, ਗੁੜ ਟਰਾਲੀਆਂ ਵਿੱਚ ਗੁੜ ਆਉਂਦਾ ਹੈ ਬਹੁਤ ਵੱਡੇ ਪੱਧਰ ਤੇ ਵੇਚਣ। ਬਿਲਕੁਲ, ਉਹਦੀ ਕੀ ਸਥਿਤੀ ਹੈ? ਉਹ ਗੁੜ, ਉਹ ਕਹਿੰਦੇ ਨੇ ਵੀ ਗੁੜ ਸਾਡੇ ਘਰ ਦਾ ਜੀ, ਸਭ ਚੀਜ਼ਾਂ। ਪਹਿਲਾਂ ਤਾਂ ਘਰ ਦਾ ਜਿਹੜਾ ਚੀਜ਼ ਹੁੰਦੀ ਹੈ ਉਹਨੂੰ ਦੂਜੇ ਸਟੇਟ 'ਚ ਜਾ ਕੇ ਕੋਈ ਕਿਸਾਨ ਵੇਚ ਹੀ ਨਹੀਂ ਸਕਦਾ। ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਕਿੰਨੀ ਜੀਰੀ ਹੁੰਦੀ ਹੈ, ਕਿੰਨਾ ਨਰਮਾ ਹੁੰਦਾ ਹੈ, ਕਿੰਨੀ ਕਣਕ ਹੁੰਦੀ ਹੈ ਜੀ, ਕਿੰਨੀ ਸਰੋਂ ਹੁੰਦੀ ਹੈ। ਤੁਸੀਂ ਪੰਜਾਬ ਦੇ ਕਿਸਾਨਾਂ ਤੋਂ ਪੁੱਛੋ ਵੀ ਕਦੇ ਤੁਸੀਂ ਦੂਜੇ ਸਟੇਟ 'ਚ ਜਾ ਕੇ ਆਪਦੀ ਕੋਈ ਫਸਲ ਵੇਚੀ ਹੈ? ਹਾਲਾਂਕਿ ਕਦੇ-ਕਦੇ ਜਦੋਂ ਪੰਜਾਬ ਦੇ ਵਿੱਚ ਵਿਕਰੀ ਘਟ ਜਾਂਦੀ ਸੀ, ਖਤਮ ਹੋ ਜਾਂਦੀ ਸੀ, ਸਾਡਾ ਏਰੀਆ ਹਰਿਆਣੇ ਦੀ ਹੱਦ ਨਾਲ ਲੱਗਦਾ, ਉਹ ਕਦੇ-ਕਦੇ ਟਰਾਲੀਆਂ, ਕੋਈ ਮੁੱਛੜ ਜੀਰੀ ਕਹਿੰਦੇ ਨੇ ਜਿਹਨੂੰ ਬਾਸਮਤੀ ਕਹਿੰਦੇ ਨੇ, ਉਹ ਲੈ ਜਾਂਦੇ ਸੀ। ਨਹੀਂ, ਪੰਜਾਬ ਦਾ ਕਿਸਾਨ ਕਿੱਥੇ ਜਾਂਦਾ? ਜੇ ਯੂਪੀ ਤੋਂ 2 ਸਟੇਟ ਛੱਡ ਕੇ ਕੋਈ ਤੁਹਾਡੇ ਕੋਲੇ ਆਉਂਦਾ ਹੈ, ਉਹ ਕਿਸਾਨ ਨਹੀਂ ਹੈ, ਵਪਾਰੀ ਹੈ। ਸਾਨੂੰ ਇਹ ਵਹਿਮ ਹੈ। ਜੇ ਰਾਜਸਥਾਨ ਤੋਂ ਕੋਈ ਆਉਂਦਾ ਹੈ, ਇੱਥੇ ਬਾਹਰ ਲਾ ਕੇ ਸਟਾਲ ਬਹਿੰਦਾ ਹੈ, ਉਹ ਕਿਸਾਨ ਨਹੀਂ ਹੈ, ਵਪਾਰੀ ਹੈ। ਕਿਸਾਨ ਤਾਂ ਕੱਲਾ ਉਹ ਆਪਦੇ ਖੇਤ ਛੱਡ ਕੇ ਕਿੱਥੇ ਜਾਊਗਾ, ਕਿਵੇਂ ਜਾਊਗਾ? ਵਪਾਰੀ ਆਊਗਾ। ਜਿਹੜਾ ਯੂਪੀ ਤੋਂ ਸਾਡੇ ਗੁੜ ਆਉਂਦਾ, ਇੱਕ ਟਰਾਲੀ ਦੇ ਵਿੱਚ 60-70 ਕੁਆਂਟਲ ਗੁੜ ਹੁੰਦਾ ਹੈ। ਮੇਰੇ ਅੰਦਾਜ਼ੇ ਮੁਤਾਬਕ 5000 ਟਰਾਲੀ ਪੰਜਾਬ ਦੇ ਵਿੱਚ ਹਰ ਸਾਲ ਆਉਂਦੀ ਹੈ, ਜਿਹੜੀ ਤਾਂ ਕਦੇ ਅੱਜ ਤੱਕ ਕਿਸੇ ਨੇ ਸੈਂਪਲ ਨਹੀਂ ਭਰਿਆ, ਕਿਸੇ ਨੇ ਫੜਿਆ ਨਹੀਂ। ਸਾਡੇ ਜਿਹੜੇ ਸਥਾਨਕ ਘਲਾੜੇ ਆ, ਉੱਥੇ ਜ਼ਰੂਰ ਲੋਕ, ਸਾਡੇ ਜਿਹੜੇ ਆਫੀਸਰ ਨੇ, ਛਾਪੇ ਜ਼ਰੂਰ ਮਾਰਦੇ ਨੇ, ਉਹਨਾਂ ਨੂੰ ਡਰਾਉਂਦੇ ਨੇ, ਪਤਾ ਨਹੀਂ ਕਿਉਂ। ਤੇ ਉਹ ਗੁੜ ਹੈ ਜਿਹੜਾ ਪੂਰਨ ਰੂਪ ਦੇ ਵਿੱਚ 2 ਨੰਬਰ 'ਚ ਬਣਿਆ ਹੋਇਆ, ਤਿਆਰ ਹੋਇਆ ਗੁੜ ਹੈ। ਮੈਂ ਉੱਥੇ ਯੂਪੀ ਜਾਂਦਾ ਰਹਿਣਾ, ਆਪਦੀ ਲੇਬਰ ਨਾਲ ਜਾਂਦਾ, ਉਹਨਾਂ ਨੂੰ ਲੈਣ ਜਾਂਦਾ, ਤੇ ਉੱਥੇ ਬਣਦਾ ਦੇਖਦੇ ਹਾਂ। ਅਕਤੂਬਰ 'ਚ ਦੁਸਹਿਰੇ ਤੋਂ ਪਹਿਲਾਂ ਹੀ ਉੱਥੇ ਪਲਾਂਟ ਚੱਲ ਪਾਉਂਦੇ ਨੇ, ਕੱਚਾ ਹੀ ਗੰਨਾ ਹੁੰਦਾ। ਉਹ ਗੰਨੇ ਦਾ ਗੁੜ ਖੜਾਉਣਾ ਬੜਾ ਮੁਸ਼ਕਿਲ ਹੁੰਦਾ, ਉਹ ਰਾਵਖੰਡ ਨਾਲ ਖੜਾਉਂਦੇ ਨੇ। ਤੁਸੀਂ ਉਹਨਾਂ ਦਾ ਗੁੜ ਹੈ ਜਿਹੜਾ ਗਲਾਸ ਦੇ ਵਿੱਚ, ਕੱਚ ਦੇ ਵਿੱਚ ਘੋਲ ਕੇ ਦੇਖ ਲਓ, ਆਪਣਾ ਗੁੜ ਲੈ ਲਓ, ਤੇ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਪਤਾ ਲੱਗ ਜੂਗਾ ਤੁਹਾਨੂੰ ਵੀ ਅਸੀਂ ਕੀ ਖਾਂਦੇ ਹਾਂ, ਅਸੀਂ ਕੀ ਵਰਤ ਰਹੇ ਹਾਂ। ਸਾਨੂੰ ਵਹਿਮ ਹੈ ਵੀ ਗੁੜੀ ਹੈ, ਖੰਡੀ ਹੈ। ਗੱਲ ਕਰ, ਮੈਂ ਸਾਰੇ ਵੀਰਾਂ ਨੂੰ ਜਿਹੜੇ ਸੁਣ ਰਹੇ ਨੇ ਉਹਨੂੰ ਦੱਸਣਾ ਚਾਹੁੰਦਾ, ਸਾਡੇ ਰੋਗਾਂ ਦਾ ਸਭ ਤੋਂ ਵੱਡਾ ਕਾਰਨ ਸਲਫਰ ਯੁਕਤ ਜਿਹੜੀਆਂ ਚੀਜ਼ਾਂ, ਖੰਡ ਤੇ ਗੁੜ ਜਿਹੜਾ ਬਾਜ਼ਾਰੂ ਹੈ, ਉਹ ਹੈ। ਕਿਉਂਕਿ ਦਿਨ ਦੇ ਵਿੱਚ ਕੋਈ ਵੀ ਚੀਜ਼ ਅਸੀਂ 5 ਵਾਰੀ ਵਰਤਦੇ ਨਹੀਂ, ਮਿੱਠਾ ਵਰਤਦੇ ਹਾਂ। ਸਭ ਤੋਂ ਖਤਰਨਾਕ ਹੈ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੋਡੇ ਬਦਲੇ ਜਾ ਰਹੇ ਨੇ, ਹੱਡ ਦਰਦ ਕਰਦੇ ਨੇ, ਹੱਡੀਆਂ ਦਰਦ ਕਰਦੀਆਂ ਨੇ, ਗਠੀਏ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜੀ। ਉਹਨਾਂ ਦਾ ਕਾਰਨ ਹੀ ਸਾਡੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਦੀ ਘਾਟ ਹੋਣੀ ਹੈ। ਸਾਡਾ ਸ਼ੁੱਧ ਖਾਣਾ ਜਿਹੜਾ ਖਤਮ ਹੋ ਗਿਆ। ਤੁਸੀਂ ਇਹ ਦੇਖੋ, ਅਸੀਂ ਵਿਹਲੇ ਵੀ ਹਾਂ, ਏਸੀ 'ਚ ਵੀ ਰਹਿੰਦੇ ਹਾਂ, ਕੋਠੀਆਂ 'ਚ ਵੀ ਰਹਿੰਦੇ ਹਾਂ, ਖਾਣ ਪੀਣ ਨੂੰ ਫਲ ਫਰੂਟ ਵੀ ਲੈ ਕੇ ਆਉਂਦੇ ਹਾਂ, ਫਿਰ ਵੀ ਬਿਮਾਰ ਹਾਂ। ਅੱਜ ਤੋਂ 30 ਸਾਲ 35 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਕੋਲ ਖਾਣ ਨੂੰ ਇਕੱਲਾ ਘਰ ਦਾ ਸਮਾਨ ਹੀ ਹੁੰਦਾ ਸੀ। ਉਮਰਾਂ ਵੱਧਦੀਆਂ ਸੀ, ਉਮਰਾਂ ਵੱਡੀਆਂ ਸੀ, ਸਰੀਰਕ ਤੌਰ ਤੇ ਤਕੜੇ ਸੀ, ਤੇ 60-70 ਸਾਲ ਤੱਕ ਵੀ ਉਹਨਾਂ ਦੇ ਦੰਦ ਐਡੇ ਕਾਇਮ ਸੀ ਵੀ ਦੰਦੀ ਵੜ ਲੈਂਦੇ ਸੀ, ਗੰਢ ਖੋਲਦੇ ਸੀ ਦੰਦਾਂ ਨਾਲ। ਤੇ ਹੁਣ ਅਸੀਂ ਬਿਮਾਰ ਹਾਂ। ਸਾਡੇ ਬੱਚਿਆਂ ਦੇ ਐਨਕਾਂ ਲੱਗੀਆਂ ਨੇ, ਬੱਚਿਆਂ ਦੇ ਵਾਲ ਚਿੱਟੇ ਨੇ, ਦੰਦ ਗਏ ਉਹਨਾਂ ਦੇ,
ਤੁਰੇ ਜਾਂਦੇ ਨੇ, ਡਿੱਗ ਪੈਣ ਤਾਂ ਬਾਂਹ ਟੁੱਟ ਜਾਂਦੀ ਹੈ ਜੀ। ਇਹ ਸਾਰਾ ਕੁਝ ਸਾਨੂੰ, ਅਸੀਂ ਅਸਲ ਦੇ ਵਿੱਚ ਪੰਜਾਬੀ ਲੋਕ ਆ ਜਿਹੜੇ ਉਹਨਾਂ ਨੇ ਬਿਮਾਰੀ ਨੂੰ, ਰੋਗਾਂ ਨੂੰ ਰੱਬ ਦੀ ਦਾਤ ਸਮਝ ਲਿਆ ਵੀ ਇਹ ਤਾਂ ਰੱਬ ਦੇ ਰਿਹਾ। ਨਹੀਂ, ਸਾਡੀ ਜੀਭ ਦੇ ਰਹੀ ਆ, ਸਾਡੇ ਸਵਾਦ ਦੇ ਰਹੇ ਨੇ, ਸਾਡਾ ਵਿਹਲਾਪਣ ਸਾਨੂੰ ਦੇ ਰਿਹਾ ਹੈ। ਖੇਤ ਅਸੀਂ ਜਾਣਾ ਪਸੰਦ ਨਹੀਂ ਕਰਦੇ ਤੇ ਸਾਨੂੰ ਹੋਰ ਮਸ਼ੀਨਾਂ ਕਮਾ ਕੇ ਸ਼ੁੱਧ ਕਿਵੇਂ ਦੇ ਦੇਣਗੇ। ਜੀ। ਹੋਰ ਕਿਹੜੇ ਸਮਾਨ ਸੇ ਆਪਾਂ ਗੱਲ ਕਰ ਰਹੇ ਸੀ? ਕੱਲੇ ਕੱਲੇ ਸਮਾਨ ਦੀ ਗੱਲ ਕਰ ਲਈਏ, ਬਸ ਸਰਸੋਂ ਤੇਲ, ਹਲਦੀ ਤਿਆਰ ਕਰਦੇ ਹਾਂ ਜੀ ਅਸੀਂ, ਮਿਰਚ ਤਿਆਰ ਕਰਦੇ ਹਾਂ। ਮਿਰਚ ਅਜੇ ਤੱਕ ਅਸੀਂ ਆਪ ਦੀ ਪੈਦਾ ਕਰਨ ਤੱਕ ਤਾਂ ਨਹੀਂ ਪਹੁੰਚ ਸਕੇ। ਗੱਲ ਕਰ ਉਹਦੀ ਪ੍ਰੋਸੈਸਿੰਗ ਹੈ ਜਿਹੜੀ ਉਹ ਸ਼ੁੱਧ ਰੂਪ ਚ ਕਰਦੇ ਹਾਂ, ਕਿਉਂਕਿ ਮਿਕਸ ਮਿਰਚ ਦੇ ਵਿੱਚ ਵੀ ਜਿਹੜਾ ਮਿਰਚ ਦਾ ਪਾਊਡਰ ਹੈ ਇਹਦੇ ਵਿੱਚ ਵੀ 40 ਤੋਂ ਲੈ ਕੇ 60% ਦੀ ਮਿਲਾਵਟ ਹੈ। ਉਸੇ ਤਰ੍ਹਾਂ ਹੀ ਇਹਦੇ ਵਿੱਚ ਹੈ ਹਲਦੀ ਦੇ ਵਿੱਚ, ਇਹ ਵੀ 3 ਵਾਰੀ ਵਰਤੀ ਜਾਂਦੀ ਹੈ। ਤੇ ਬੇਸਣ ਦੇ ਵਿੱਚ ਮਿਲਾਵਟ ਹੈ, ਚਨੇ ਦੇ ਵਿੱਚ। ਹੁਣ ਜਿਹੜਾ ਅਗਲਾ ਮੇਰਾ ਸਟੈਪ ਹੈ ਉਹ ਮੇਰਾ, ਮੈਂ ਨਜ਼ਦੀਕ ਹੀ ਜ਼ਮੀਨ ਇੱਕ ਹੋਰ ਲਈ ਹੈ, ਉਹਦਾ ਮੇਰਾ ਮੂਡ ਹੈ ਵੀ ਮੈਂ ਹਰ ਇੱਕ ਕਿਸਮ ਦੀ ਜਿਹੜੀ ਰਸੋਈ ਦੇ ਵਿੱਚ, ਮੈਂ ਕਾਫੀ ਤਾਂ 15-16 ਚੀਜ਼ਾਂ ਤੱਕ ਤਾਂ ਮੈਂ ਪਹੁੰਚ ਗਿਆ ਤੇ ਆਪ ਦੀ ਰਸੋਈ ਤੋਂ ਸ਼ੁਰੂ ਕਰ ਰਿਹਾ। ਮੈਂ ਪਹਿਲਾਂ ਮੈਂ ਝਲਾਨੀ ਵੀ ਬਣਾਈ ਹੈ ਇੱਥੇ ਲੋਕਾਂ ਲਈ, ਜਿਹੜੀ ਨਵੰਬਰ ਤੋਂ ਲੈ ਕੇ ਚੱਲਦੀ ਹੈ ਜਨਵਰੀ ਤੱਕ। ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਆਪਾਂ ਇੱਕ ਵੱਡੀ ਉਦਾਹਰਨ ਪੈਦਾ ਕਰੀਏ, ਬਾਹਰੋਂ ਲਈਏ ਨਾ ਸਮਾਨ। ਤੇ ਮੈਂ ਤੁਹਾਨੂੰ ਇੱਕ ਜਾਣਕਾਰੀ ਲਈ ਦੱਸਾਂ ਵੀ ਮੈਨੂੰ ਹੁਣ ਮਾਨਸਾ ਦੀਆਂ ਆਮ ਦੁਕਾਨਾਂ ਦਾ ਕਦੇ ਮੈਂ ਗੇੜਾ ਵੀ ਨਹੀਂ ਲਾਉਂਦਾ ਤੇ ਕਦੇ ਮੈਨੂੰ ਉਹਨਾਂ ਦੇ ਰੇਟਾਂ ਦਾ ਵੀ ਨਹੀਂ ਪਤਾ ਵੀ ਕਿਹੜੀ ਚੀਜ਼ ਕੀ ਮਿਲਦੀ ਹੈ। ਮੈਂ ਬਹੁਤਾਂ ਚੀਜ਼ਾਂ ਭੁੱਲ ਚੁੱਕਿਆ ਕਿਉਂਕਿ ਮੇਰਾ ਆਪਦਾ ਹੋ ਗਿਆ ਤੇ ਮੈਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਿਤੋਂ ਜਾਣ ਦੀ, ਕਿਤੋਂ ਪੁੱਛਣ ਦੀ। ਹੋਰ ਅਸੀਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਸ ਧੰਦੇ ਨਾਲ ਜੁੜੀਆਂ ਹੋਈਆਂ? ਤੁਸੀਂ ਆ ਚਲਾਨੀ ਵਾਲਾ ਸਿਸਟਮ ਦੱਸਿਆ ਹੈਗਾ, ਇਹ 'ਚ ਕੀ ਕਰਦੇ ਫਿਰ ਆਪਾਂ? ਇਹ 'ਚ ਅਸੀਂ ਨਵੰਬਰ ਮਹੀਨੇ ਤੋਂ ਲੈ ਕੇ ਜੀ ਜਨਵਰੀ ਤੱਕ ਜਾਂ ਫਰਵਰੀ ਤੱਕ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਿਬੜਾਂ ਦੀ ਚਟਣੀ, ਇਸ ਤਰ੍ਹਾਂ ਦੀਆਂ ਲਾਈਵ ਚੀਜ਼ਾਂ, ਤੌੜੀ ਵਾਲਾ ਦੁੱਧ। ਉਹ ਫਿਰ ਜਿਹੜੇ ਚਿੱਬੜ ਹੁੰਦੇ ਨੇ ਜਾਂ ਉਹ ਜਿਵੇਂ ਆਪਣੇ ਸਾਡੇ ਇੱਥੇ ਹੋ ਹੀ ਜਾਂਦੇ ਨੇ ਜੀ। ਸਾਡਾ ਪਿੰਡ ਹਰਿਆਣੇ ਦੀ ਹੱਦ ਤੇ ਆ, ਮਾਰੂ ਏਰੀਏ 'ਚ ਹੈ। ਚਿੱਬੜ ਕੌੜ ਤੋਂ ਸਾਡੇ ਵਾਧੂ ਹੋ ਜਾਂਦੇ, ਅਸੀਂ ਉਦੋਂ ਲੈ ਲੈਂਦੇ ਹਾਂ ਤੇ ਆਪਦਾ ਤਿਆਰ ਕਰਕੇ ਰੱਖ ਲੈਂਦੇ ਹਾਂ। ਉਹਦੀ ਮਾਲਾ ਵੀ ਬਣਾ ਲੈਂਦੇ ਹਾਂ ਸਾਗ 'ਚ ਪਾਉਣ ਵਾਸਤੇ। ਇੱਕ ਤੁਸੀਂ ਉਹ ਬਾਹਰ ਲਿਖ ਕੇ ਲਾਇਆ ਹੋਇਆ ਕਿ ਬਲੱਡ ਪ੍ਰੈਸ਼ਰ ਹੈ ਨਾ, ਸ਼ੂਗਰ, ਜਾਂ ਜਿਹੜੇ ਸਾਡੇ ਮੂਲ ਅਨਾਜ ਕਹਿੰਦੇ ਨੇ ਜਿਹਨੂੰ, ਬਿਲਕੁਲ ਬਿਲਕੁਲ ਮੈਂ ਉਹਨਾਂ ਬਾਰੇ ਜ਼ਿਕਰ ਕਰੋ। ਉਹ ਤੁਸੀਂ ਆਪ ਉਗਾਉਂਦੇ ਹੋ? ਉਹਦੀ ਖੇਤੀ ਵੀ ਕਰਦਾ, ਜਿੰਨੀ ਸਾਡੇ ਕੋਲ ਮੰਗ ਹੈ ਉਨੀ ਮੈਂ ਪੂਰਤੀ। ਕਿਹੜੇ ਕਿਹੜੇ ਮੂਲ ਅਨਾਜ ਨੇ? ਉਨੀ ਮੈਂ ਪੂਰਤੀ ਤਾਂ ਨਹੀਂ ਕਰ ਸਕਦਾ। ਗੱਲ ਕਰ ਮੈਂ ਕੋਸ਼ਿਸ਼ ਕਰਦਾ। ਜਿਵੇਂ ਉਹਦੇ ਵਿੱਚ ਹੈ ਜੀ, ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕੋਦਰਾ, ਕੁਟਕੀ, ਕੰਗਣੀ, ਹਰੀ ਕੰਗਣੀ, ਸਵਾਂਖ, ਰਾਗੀ। ਇਹਨਾਂ 5 ਚੀਜ਼ਾਂ ਦੀ 6ਵੀਂ ਰਾਗੀ, ਇਹਨਾਂ ਦੀ ਵਰਤੋਂ ਲੋਕ ਦਲੀਏ ਦੇ ਰੂਪ 'ਚ ਕਰਦੇ ਨੇ ਤੇ ਆਟੇ ਦੇ ਰੂਪ 'ਚ ਚਪਾਤੀ ਬਣਾਉਣ ਵਾਸਤੇ ਕਰਦੇ ਨੇ। ਉਹਦੇ ਨਤੀਜੇ ਵੀ ਬੜੇ ਕਾਰਗਰ ਨੇ। ਸ਼ੂਗਰ ਵਾਲੇ, ਹਾਰਟ ਦੇ ਮਰੀਜ਼, ਜਿਹੜੇ ਕੋਈ ਨਰਵਸ ਸਿਸਟਮ ਵਾਲੇ ਆ, ਜਿਨ੍ਹਾਂ ਨੂੰ ਮਾਨਸਿਕ ਕੋਈ ਪਰੇਸ਼ਾਨੀਆਂ ਨੇ, ਜਿਨ੍ਹਾਂ ਨੂੰ ਕੋਈ ਹੱਡਾਂ ਦੇ ਦਰਦ ਹੈ, ਕੋਈ ਮਿਹਦੇ ਦੀ ਸਮੱਸਿਆ, ਉਹ ਵਰਤ ਰਹੇ ਨੇ। ਅਸਲ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਵਿਸ਼ੇਸ਼ ਨਹੀਂ, ਉਹਨਾਂ ਦੇ ਵਿੱਚ ਗੁਣ, ਜਿਹੜੀ ਉਹਦੀ ਪ੍ਰੋਸੈਸਿੰਗ ਹੈ ਗਲੂਕੋਜ਼ ਟੁੱਟਣ ਦੀ ਸਾਡੇ ਮਿਹਦੇ ਜਾ ਕੇ, ਉਹੀ ਵਿਸ਼ੇਸ਼ ਹੈ ਜੀ। ਬਾਕੀ ਜਿਹੜੇ ਭੋਜਨ ਨੇ ਬੜੇ, ਜਿਵੇਂ ਕਣਕ ਦੀ ਗੱਲ ਕਰਦੇ ਆ, ਇਹ ਜਲਦੀ ਦੇ ਵਿੱਚ ਗਲੂਕੋਜ਼ ਦੇ ਵਿੱਚ ਟੁੱਟਦਾ ਹੈ। ਇਸੇ ਕਰਕੇ ਸ਼ੂਗਰ ਅਟੈਕ ਦੀ ਪ੍ਰੋਬਲਮ ਰਹਿੰਦੀ ਹੈ, ਸ਼ੂਗਰ ਦੇ ਮਰੀਜ਼ ਵੱਧਦੇ ਜਾ ਰਹੇ ਨੇ। ਗੱਲ ਕਰ ਜਿਹੜੇ ਮੂਲ ਅਨਾਜ ਨੇ, ਜਿਨ੍ਹਾਂ ਨੂੰ ਸਾਊਥ ਵਾਲਿਆਂ ਨੇ ਬੜੇ ਵਧੀਆ ਤਰੀਕੇ ਨਾਲ ਅਪਣਾਇਆ। ਗੱਲ ਕਰ 550 ਸਾਲ ਸਾਡੇ ਗੁਰੂ ਨਾਨਕ ਦੇਵ ਜੀਆਂ ਨੇ ਸਾਨੂੰ ਭਾਈ ਲਾਲੋ ਦੇ ਘਰੇ ਕੋਦਰੇ ਦਾ ਪ੍ਰਸ਼ਾਦਾ ਛਕ ਕੇ ਤੇ ਉਹਦੇ ਵਿੱਚੋਂ ਦੁੱਧ ਦੀ ਧਾਰ ਵਾਲਾ ਜਿਹੜਾ ਸੰਕੇਤ ਦਿੱਤਾ ਸੀ, ਉਹ ਦੇ ਦਿੱਤਾ ਸੀ। ਅਸੀਂ ਭੁੱਲ ਗਏ। ਅਸੀਂ ਮੱਥਾ ਤਾਂ ਰੋਜ਼ ਟੇਕਦੇ ਹਾਂ, ਗੁਰੂ ਦੀਆਂ ਸਿੱਖਿਆਵਾਂ ਦੀ ਵੀ ਗੱਲ ਕਰਦੇ ਹਾਂ। ਗੱਲ ਕਰ ਜਿਹੜੇ ਉਹਨਾਂ ਦੇ ਸੁਨੇਹੇ ਸੀ, ਮੈਸੇਜ ਸੀ, ਉਹਨਾਂ ਨੂੰ ਅਪਣਾਇਆ ਕਦੇ ਨਹੀਂ। ਹੁਣ ਵੀ ਜਿਹੜਾ ਕੰਗਣੀ, ਕੋਦਰਾ, ਰਾਗੀ, ਕੁਟਕੀ, ਸਵਾਂਗ ਸਾਡੇ ਕੋਲੇ ਆਇਆ, ਇਹ ਸਾਊਥ ਵਾਲੇ ਏਰੀਏ 'ਚੋਂ ਆਇਆ, ਕਰਨਾਟਕਾ ਤੋਂ ਆਇਆ, ਆਂਧਰਾ ਤੋਂ ਆਇਆ, ਮਹਾਰਾਸ਼ਟਰ ਵਾਲੇ ਪਾਸਿਓਂ ਆਇਆ ਜੀ। ਅਸੀਂ ਹੁਣ ਸਾਡੇ ਕੋਈ ਖੇਤੀ ਕਰਨ ਲੱਗੇ ਨੇ। ਗੱਲ ਕਰੋ ਉਹਦੀ ਪ੍ਰੋਸੈਸਿੰਗ ਦੀ ਕਈ ਵਾਰੀ ਸਮੱਸਿਆ ਹੁੰਦੀ ਹੈ। ਕਈ ਸਵਾਲ ਵੀ ਕਰਦੇ ਨੇ ਕਿਸਾਨ, ਇਹਦਾ ਕੀ ਬਣੂ ਜੀ? ਉਹਦਾ ਝਾੜ ਘੱਟ ਹੋਣ ਕਰਕੇ ਇੱਧਰੋਂ ਟਲ ਜਾਂਦੇ ਨੇ। ਫਿਰ ਉਹਨੂੰ ਉਹ 'ਚ ਕੀਟਨਾਸ਼ਕ ਨਹੀਂ ਵਰਤ ਸਕਦੇ ਆਪਾਂ ਕੋਈ, ਕਿਉਂਕਿ ਪੂਰਨ ਹੈ। ਉਹਦੀ ਜਿਹੜੀ ਖੇਤੀ ਹੈ ਉਹਨੂੰ ਗੋਡੀ ਕਰਨੀ ਪੈਂਦੀ ਹੈ। ਫਿਰ ਵੀ ਅਸੀਂ ਕਦੇ ਭੱਜ ਜਾਂਦੇ ਹਾਂ ਤੇ ਫਿਰ ਠੋਣਾ ਕਿਤੇ ਭੱਜਦੇ ਨੇ। ਇਹਨੂੰ ਸਾਫ਼ ਕਰਨਾ ਔਖਾ ਹੈ ਜੀ, ਮਸ਼ੀਨ ਤੇ ਕਰਾਉਣਾ ਪੈਂਦਾ। ਮੈਂ ਉਹ ਕਿਸਾਨਾਂ ਨੂੰ ਕਹੂੰਗਾ ਵੀ ਜਦੋਂ ਗੁਰੂ ਨਾਨਕ ਦੇਵ ਵੇਲੇ ਕਿਹੜੀਆਂ ਫੈਕਟਰੀਆਂ ਸੀ? ਜਦੋਂ ਅਸੀਂ ਰਸੋਈ ਦੇ ਸਮਾਨ ਦੀ ਗੱਲ ਕਰਦੇ ਹਾਂ, ਤੁਸੀਂ ਨੇ ਉਹ ਚੀਜ਼ਾਂ ਆਪਣੇ ਮਲਵਈ ਸਟੋਰ 'ਚ ਪੈਦਾ ਕਰ ਲਈਆਂ, ਰੇਟਾਂ ਦਾ ਕੋਈ ਫਰਕ ਪੈਂਦਾ ਹੈ? ਜਿਹੜੇ ਸ਼ਹਿਰ ਦੇ ਰੇਟ ਨੇ, ਮੰਡੀਕਾਂ ਦੇ ਰੇਟ ਨੇ, ਤੇ ਤੁਹਾਡੇ ਆਪਦੇ ਬਣਾਏ ਹੋਏ ਰੇਟ ਨੇ, ਹੈ ਨਾ? ਤੁਸੀਂ ਆਪ ਚੀਜ਼ ਪੈਦਾ ਕਰਦੇ ਹੋ, ਖਰਚੇ ਬਚੇ ਸਭ ਕੁਝ ਕਰਕੇ ਤੁਸੀਂ ਇੱਕ ਰੇਟ ਫਿਕਸ ਕਰਦੇ ਹੋਵੋਗੇ, ਕਿੰਨਾ ਕੁ ਫਰਕ ਪੈਂਦਾ ਹੈ? ਵੈਸੇ ਤਾਂ ਤੁਹਾਡੀ ਜਾਣਕਾਰੀ ਲਈ ਦੱਸਾਂ, ਦੇਖੋ ਜਿਹੜਾ ਕੀਮਤੀ ਭੋਜਨ ਹੈ, ਭੋਜਨ ਦੀ ਜਿਹੜੀ ਕੀਮਤ ਹੈ ਉਹਦੀ ਗੁਣਵੱਤਾ ਦੇ ਅਨੁਸਾਰ ਹੁੰਦੀ ਹੈ। ਮੈਡੀਕਲ ਸਟੋਰ 'ਤੇ ਚਲੇ ਜਾਓ, ਦਵਾਈਆਂ ਦੇ ਰੇਟ ਵੱਖਰੇ ਵੱਖਰੇ ਹੁੰਦੇ ਨੇ ਉਹਦੇ ਗੁਣਾਂ ਕਰਕੇ। ਉਸੇ ਤਰ੍ਹਾਂ ਦੀ ਹੈ। ਦੇਖੋ ਜੇਕਰ ਤੁਸੀਂ ਤੰਦਰੁਸਤੀ ਵਾਲੀ ਕੋਈ ਚੀਜ਼ ਵਰਤਣੀ ਹੈ ਤਾਂ ਮੁੱਲ ਤਾਂ ਉਹਦਾ ਤਾਰਨਾ ਹੀ ਪੈਣਾ ਜੀ। ਗੱਲ ਕਰ ਇੱਕ ਇਹ ਨਿਸ਼ਚਿਤ ਹੈ ਵੀ
ਜਿਹੜਾ ਵੀ ਕੋਈ ਕਿਸਾਨ ਸ਼ੁੱਧ ਰੂਪ ਦੇ ਵਿੱਚ ਕੋਈ ਅਨਾਜ, ਕੋਈ ਦਾਲ, ਕੋਈ ਚੀਜ਼, ਤੇਲ, ਅਨਾਜ ਕੋਈ ਪੈਦਾ ਕਰਦਾ ਹੈ, ਕੋਈ ਸਬਜ਼ੀ ਪੈਦਾ ਕਰਦਾ ਹੈ, ਉਹ ਜਿਹੜੀਆਂ ਮਹਿੰਗੇ ਰੂਪ ਦੇ ਵਿੱਚ ਦਵਾਈਆਂ ਮਿਲਦੀਆਂ ਨੇ, ਬਿਮਾਰ ਲੋਕ ਖਾਂਦੇ ਨੇ ਤੇ ਲਗਾਤਾਰ ਹੈ ਕਰਦੇ ਨੇ, ਉਦੋਂ ਕਿਤੇ ਸਸਤੀਆਂ ਨੇ। ਕੁਝ ਨਾ ਕੁਝ ਕੀਮਤਾਂ ਦਾ ਫਰਕ ਪੈਂਦਾ ਕਿਉਂਕਿ ਹੱਥੀਂ ਕਾਰਜ ਕੀਤੇ ਜਾਂਦੇ ਨੇ। ਝਾੜ ਤੇ ਵੀ ਅੰਤਰ ਹੈ ਇਹਦਾ, ਕੁਝ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਕਿਉਂਕਿ ਸਾਡੀਆਂ ਜ਼ਮੀਨਾਂ ਆਦੀ ਹੋ ਗਈਆਂ ਨੇ। ਉਸ ਤਰ੍ਹਾਂ ਦਾ ਸਾਡੇ ਆਸੇ-ਪਾਸੇ ਸੱਭਿਆਚਾਰ ਬਣਿਆ ਹੋਇਆ ਕਿਉਂਕਿ ਜੇ ਹੁਣ ਅਸੀਂ ਇੱਕ ਘਰ ਵਿੱਚੋਂ ਕਿਸੇ ਮਤਲਬ ਮਾੜੇ ਥਾਂ ਦੇ ਵਿੱਚ ਇੱਕ ਮਕਾਨ ਪਾਉਂਦੇ ਆ ਜਾਂ ਬਦਬੂ ਵਾਲੇ ਥਾਂ ਤੇ ਪਾਉਂਦੇ ਆ ਤਾਂ ਆਸੇ-ਪਾਸੇ ਕੁਝ ਟਾਈਮ ਤਾਂ ਸਾਨੂੰ ਸਮੱਸਿਆ ਆਉਣਗੀਆਂ ਜੀ। ਇਸ ਕਰਕੇ ਰੇਟ ਥੋੜਾ ਫਰਕ ਰਹਿੰਦਾ। ਗੱਲ ਕਰ ਇੰਨਾ ਵੀ ਨਹੀਂ ਵੀ ਬੰਦਾ ਵੀ ਦਵਾਈਆਂ ਤੇ ਜਿੰਨਾ ਖਰਚ ਰਿਹਾ ਵੀ ਉਹਨਾਂ ਖਰਚੇ ਤੇ ਹੋ ਜਾਂਦਾ, ਨਹੀਂ ਹੁੰਦਾ। ਆਰਥਿਕ ਤੌਰ ਤੇ ਬੋਝ ਨਹੀਂ ਹੁੰਦਾ। ਸੰਖੇਪ ਰੂਪ ਚ ਪਹਿਲਾਂ ਅਸੀਂ ਗੱਲ ਕੀਤੀ ਹੈ, ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ। ਕੀ ਸੱਚਮੁੱਚ ਤੁਹਾਨੂੰ ਲੱਗਦਾ ਹੈ ਜੇ ਜਿਹੜੇ ਲੋਕ 10-10, 15-15, 20-20 ਕਿੱਲਿਆਂ ਦੇ ਮਾਲਕ ਹੈਗੇ ਨੇ ਪਹਿਲੀ ਇੱਥੇ, ਇੱਕ ਜੇ ਗੱਲ ਕਰੀਏ ਮਜ਼ਦੂਰ ਕੋਲੇ ਜੇ 2-3 ਕਿੱਲੇ ਜ਼ਮੀਨ ਹੈ, ਉਹ ਮੈਨੂੰ ਲੱਗਦਾ ਵਧੀਆ ਜ਼ਿੰਦਗੀ ਬਤੀਤ ਕਰਦਾ ਹੈ। ਜੇ ਕਿਸਾਨ ਕੋਲੇ 2-2.5 ਕਿੱਲੇ ਹੈ ਤਾਂ ਉਹਦੇ ਹਾਲਾਤ ਐਡੇ ਮਾੜੇ ਹੋ ਜਾਂਦੇ ਨੇ, ਕੋਈ ਰਿਸ਼ਤਾ ਤੱਕ ਕਰਨ ਨੂੰ ਤਿਆਰ ਨਹੀਂ ਹੁੰਦਾ ਸਮਾਜਿਕ ਤੌਰ ਤੇ। ਬਿਲਕੁਲ ਉਹਨੂੰ ਵਿਆਹ ਸ਼ਾਦੀਆਂ ਵਿੱਚ ਹੀਨਤਾ ਮਹਿਸੂਸ ਹੁੰਦੀ ਹੈ ਕਿਉਂਕਿ ਤੇ ਵੱਡੇ ਘਰਾਣੇ ਪਹੁੰਚੇ ਹੁੰਦੇ ਨੇ। ਕੀ ਲੱਗਦਾ ਵੀ ਅਸੀਂ ਜਵਾਨੀ ਹੈ ਜਿਹੜੀ ਉਹ ਵਿਦੇਸ਼ਾਂ ਵਾਲਾ ਰਸਤਾ ਸਹੀ ਬਣਾ ਰਹੀ ਹੈ ਜਾਂ ਖੇਤੀ ਦਾ ਘਾਟੇ ਸੌਦਾ ਹੈ, ਜਾਂ ਅਸੀਂ ਉਹਨਾਂ ਨੂੰ ਕਿਵੇਂ ਲਿਆ ਸਕਦੇ ਹਾਂ ਖੇਤੀ ਵਾਲੇ ਪਾਸੇ? ਬਿਲਕੁਲ ਸਾਡੀ ਇੱਥੇ ਕਮੀ ਰਹੀ ਹੈ, ਖੇਤਾਂ ਨਾਲ ਅਸੀਂ ਬੱਚਿਆਂ ਨੂੰ ਜੋੜੇ ਹੀ ਨਹੀਂ। ਮੈਂ ਟੀਚਰ ਹਾਂ, ਸਾਡੇ ਕੋਲੇ ਬਹੁਤੇ ਮਾਪੇ ਇਹ ਜਿਹੀਆਂ ਗੱਲਾਂ ਕਰਦੇ ਨੇ ਆ ਕੇ ਵੀ ਅਸੀਂ ਇਹ ਤੋਂ ਕੋਈ ਕੰਮ ਵੀ ਨਹੀਂ ਕਰਵਾਉਂਦੇ ਜੀ। ਇਹ ਸਭ ਤੋਂ ਵੱਡੀ ਸਮੱਸਿਆ ਹੈ। ਜੇ ਉਹ ਕੰਮ ਕਰਾਉਂਦੇ ਹੋਣ ਤਾਂ ਬੱਚੇ ਖੇਤਾਂ ਨਾਲ ਜੁੜਦੇ, ਭਾਵਕ ਤੌਰ ਤੇ ਜੁੜਦੇ, ਮੋਹ ਬਣਦਾ। ਜਦੋਂ ਆਪਦੀਆਂ ਦੇਖੋ ਪੰਜਾਬ ਦਾ ਇਹ ਸੱਭਿਆਚਾਰ ਰਿਹਾ ਵੀ ਜ਼ਮੀਨ ਦਾ ਇੱਕ ਓਰੇ ਪਿੱਛੇ ਵੀ ਲੜਾਈਆਂ ਝਗੜੇ ਜਿਹੜੇ 80% ਕਚਹਿਰੀਆਂ 'ਚ ਕੇਸ ਚੱਲਦੇ ਨੇ, ਉਹ ਪਾਣੀ ਦਾ 2 ਮਿੰਟਾਂ ਦੇ ਪਿੱਛੇ ਵੱਢਣ ਬਾਰੇ ਤੇ ਜ਼ਮੀਨ ਦੀ ਬਟਲ ਟਾਉਣ ਬਾਰੇ ਚੱਲਦੇ ਸੀ। ਤੇ ਹੁਣ ਉਹੀ ਜ਼ਮੀਨਾਂ ਜਿਹੜੀਆਂ ਪਿੱਛੇ ਇੱਥੇ ਕਤਲ ਹੁੰਦੇ ਰਹੇ ਨੇ, ਉਹ ਕੌਡੀਆਂ ਦੇ ਭਾਅ ਸਿੱਟ ਕੇ ਤੇ ਪੰਜਾਬ ਅੱਧਾ ਬਾਹਰ ਨੂੰ ਤੁਰਿਆ ਜਾ ਰਿਹਾ। ਇੱਥੇ ਵੀ ਇੱਕ ਸਮੱਸਿਆ, ਜਿਹੜੇ ਮਾਪੇ ਨੇ ਸਾਡੇ ਬੱਚਿਆਂ ਦੇ ਮਾਪੇ ਨੇ, ਉਹਨਾਂ ਨੇ ਵੱਡੀਆਂ ਆਸਾਂ ਲਾ ਲਈਆਂ। ਗੱਲ ਕਰ ਮੇਰਾ 1993 ਤੋਂ ਤਜਰਬਾ ਹੈ, ਵਿਦੇਸ਼ਾਂ ਨਾਲ ਜੁੜੇ ਹੋਏ ਮੇਰੇ ਮਿੱਤਰ ਨੇ, ਉੱਥੇ ਗਏ ਨੇ, ਜ਼ਮੀਨ ਜਾਇਦਾਦ ਵੀ ਇੱਥੋਂ ਪ੍ਰਾਪਰਟੀਆਂ ਵੇਚ ਗਏ। ਗੱਲ ਕਰ ਉਹਨਾਂ ਉਹ ਅੱਜ ਤੱਕ ਵੀ ਨਹੀਂ ਬਣਾ ਸਕੇ। ਉਲਟਾ ਜਿਹੜਾ ਉਹ ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ, ਰਿਸ਼ਤੇ ਨਾਤਿਆਂ ਦੇ ਤੌਰ ਤੇ ਗਵਾ ਲਿਆ, ਉਹ ਕਦੇ ਪੂਰਾ ਨਹੀਂ ਹੁੰਦਾ। ਜੇ ਹੁਣ ਆਪਾਂ ਵਿਦੇਸ਼ ਜਾਂਦਿਆਂ ਦੀ, ਮੈਂ ਕਹਿੰਦਾ ਮੈਂ ਵਿਰੋਧ ਨਹੀਂ ਕਰਦਾ ਵੀ ਵਿਦੇਸ਼ ਕਿਉਂ ਜਾਂਦੇ ਨੇ। ਗੱਲ ਕਰ ਜਦੋਂ ਸਾਡਾ ਸੱਭਿਆਚਾਰ, ਸਾਡਾ ਦੇਸ਼ ਛੱਡ ਕੇ, ਮਾਂ ਪਿਓ ਛੱਡ ਕੇ ਇਕੱਲੇ ਇਕੱਲੇ ਜਵਾਕ ਜਦੋਂ ਬਾਹਰ ਜਾਂਦੇ ਨੇ, ਸਾਰਾ ਕੁਝ ਇੱਥੇ ਛੱਡ ਜਾਂਦੇ ਨੇ, ਤਾਂ ਉਦੋਂ ਭੁੱਬ ਨਿਕਲਦੀ ਹੈ। ਮੈਂ ਪੱਖ 'ਚ ਨਹੀਂ ਵੀ ਇਕੱਲਾ ਕੋਈ ਮਾਂ, ਕਿਉਂਕਿ ਮੇਰਾ ਇੱਕ ਤਜਰਬਾ, ਮੇਰੇ ਕੋਲ ਬੜੇ ਲੋਕ ਇਸ ਤਰ੍ਹਾਂ ਦੇ ਆਉਂਦੇ ਨੇ, ਕੰਗਣੀ ਕੋਧਰਾ ਲੈਣ ਆਉਂਦੇ ਨੇ, ਹੋਰ ਮਟੀਰੀਅਲ ਲੈਣ ਆਉਂਦੇ ਨੇ, ਹੋਰ ਸਮਾਨ ਲੈਣ ਆਉਂਦੇ ਨੇ। ਮੈਂ ਤਾਂ ਉਹ ਬੱਚਿਆਂ ਦੀਆਂ ਮਾਵਾਂ ਜਿਹੜਿਆਂ ਦੇ ਇਕੱਲੇ ਪੁੱਤ ਸੀ ਜਾਂ ਇਕੱਲੀ ਧੀ ਸੀ ਗਏ ਨੇ, ਮੈਂ ਉਹਨਾਂ ਦੀਆਂ ਮਾਵਾਂ ਦੀ ਸਥਿਤੀ ਦੇਖੀ ਹੈ। ਕਈਆਂ ਨੂੰ ਮੈਂ ਪਰਸਨਲੀ ਤੌਰ ਤੇ ਜਾਣਦਾ ਜਿਨ੍ਹਾਂ ਦਾ 10 ਸਾਲ ਉਮਰ ਇੱਕੇ ਵਾਰੀ ਘਟ ਗਈ, ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ, ਬਾਹਰ ਨਿਕਲਦੇ ਸੀ, ਬਾਹਰ ਨਿਕਲਣੋਂ ਹਟ ਗਏ, ਡਾਕਟਰਾਂ ਜੋਗੇ ਰਹਿ ਗਏ। ਉਹਦਾ ਕਾਰਨ ਇਹੀ ਹੈ, ਅਸੀਂ ਅਸਲ ਦੇ ਵਿੱਚ ਭਾਵਕ ਤੌਰ ਤੇ ਬੱਚਿਆਂ ਨੂੰ ਜੋੜਿਆ ਨਹੀਂ। ਜੇ ਹੁਣ ਅਸੀਂ ਮੰਨੀਏ ਵੀ ਉੱਥੇ ਸੌਖੇ ਨੇ, ਨਹੀਂ, ਇੱਥੇ ਤਾਂ 8 ਘੰਟੇ ਵੀ ਕੰਮ ਨਹੀਂ ਕਰਵਾ ਸਕੇ ਅਸੀਂ ਬੱਚਿਆਂ ਤੋਂ, ਉੱਥੇ 18 ਘੰਟੇ ਕਰਦੇ ਨੇ। ਬਸ ਇੱਕ ਇੰਨਾ ਹੀ ਫਰਕ ਹੈ ਵੀ ਉਹ ਸਾਡੀਆਂ ਅੱਖਾਂ ਤੋਂ ਦੂਰ ਨੇ, ਸਾਨੂੰ ਪਤਾ ਨਹੀਂ ਲੱਗਦਾ। ਹਾਂ, ਉਹਨਾਂ ਦੀ ਭੁੱਖ ਤੇ ਇਹਦਾ, ਉਹਨਾਂ ਦੇ ਸੌਣ ਦਾ ਢੰਗ ਦੇਖੋ। ਪਿੱਛੇ ਜੇ ਇੱਕ ਵੀਡੀਓ ਫੋਟੋ ਆਈ ਸੀ, ਬੱਚੇ ਕੋਈ ਕੁਰਸੀ ਤੇ ਸੁੱਤਾ ਪਿਆ, ਕੋਈ ਕੰਧ ਨਾਲ ਢੂਹ ਲਾ ਕੇ ਸੁੱਤਾ ਪਿਆ, ਕੋਈ ਸੋਫੇ ਤੇ ਸੁੱਤਾ ਪਿਆ। ਇਸ ਤਰ੍ਹਾਂ ਦੀ ਪੰਜਾਬ 'ਚ ਤਾਂ ਸਥਿਤੀ ਕਿਤੇ ਨਹੀਂ। ਫਿਰ ਅਜੇ ਪੰਜਾਬ ਨੂੰ ਅਸੀਂ ਕਹਿੰਦੇ ਪੰਜਾਬ 'ਚ ਕੁਛ ਰਿਹਾ ਨਹੀਂ। ਪੰਜਾਬ 'ਚ ਤਾਂ ਆਪਦੇ ਘਰ ਨੇ ਸਾਡੇ ਕੋਲ, ਪੰਜਾਬ 'ਚ ਤਾਂ ਸਾਡੇ ਕੋਲ ਆਪਦੀਆਂ ਜ਼ਮੀਨਾਂ ਨੇ, ਪੰਜਾਬ 'ਚ ਤਾਂ ਭਾਈਚਾਰਾ, ਸੱਭਿਆਚਾਰ ਆ ਸਾਡਾ, ਸਾਡੇ ਮਿਲਣ ਗਿਲਣ ਵਾਲੇ ਨੇ। ਫਿਰ ਅਸੀਂ ਉਹਨੂੰ ਛੱਡ ਕੇ ਜਾ ਰਹੇ ਹਾਂ। ਫਿਰ ਇਹਦਾ ਮਤਲਬ ਸਾਡੀ ਕੋਈ ਭੁੱਖ ਹੋਰ ਹੈ, ਸਾਡੀ ਰੁਜ਼ਗਾਰ ਭੁੱਖ ਨਹੀਂ ਹੈ, ਸਾਡੀ ਇਕੱਲਾ ਕਾਰੋਬਾਰ ਭੁੱਖ ਨਹੀਂ ਹੈ। ਜੇ ਅਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਸਾਰੇ ਲੋਕ ਉੱਥੇ ਵੀ ਅਰਬਾਂਪਤੀ ਨਹੀਂ ਹਨ, ਤੇ ਸਾਰੇ ਲੋਕ ਸਾਡੇ ਵੀ ਮੰਗਤੇ ਨਹੀਂ ਹਨ। ਸਾਡੇ ਵੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੇ, ਸਾਡੇ ਹਰੇਕ ਪਿੰਡ ਦੇ ਵਿੱਚ ਕਰੋੜਾਂਪਤੀ ਲੋਕ ਵੀ ਰਹਿੰਦੇ ਨੇ। ਗੱਲ ਕਰ ਦੇਖੋ, ਹੈਰਾਨੀ ਇਹ ਹੈ ਵੀ ਕਈ ਵੱਡੇ ਵੱਡੇ ਪਰਿਵਾਰ ਸਰਦੇ ਪੁੱਜਦੇ ਜੀ, ਉਹ ਵੀ ਆਪਦੀ ਜ਼ਮੀਨ ਵੇਚ ਕੇ 25-30 ਲੱਖ ਦਾ ਪ੍ਰਬੰਧ ਆਮ ਬੰਦਾ ਤਾਂ ਕਰ ਨਹੀਂ ਸਕਦਾ। ਨਹੀਂ ਕਰ ਸਕਦਾ। ਜਿਹੜਾ ਕੋਈ ਦੇਸ਼ ਛੱਡ ਰਿਹਾ ਹੈ ਉਹਨੂੰ 25-30 ਲੱਖ ਕੋਈ ਵਿਆਜ ਤੇ ਵੀ ਨਹੀਂ ਦਿੰਦਾ। ਇਹਦਾ ਮਤਲਬ ਕਿਸੇ ਕੋਈ ਨਾ ਕੋਈ ਪ੍ਰਾਪਰਟੀ ਤਾਂ ਦਿਓ, ਤਾਂ ਇਹਦਾ ਮਤਲਬ ਉਹਦੇ ਕੋਲ ਤਾਂ ਪਹਿਲਾਂ ਹੀ ਬਹੁਤ ਕੁਝ ਸੀ, ਫਿਰ ਵੀ ਛੱਡ ਰਿਹਾ। ਗਲਤ। ਇਹਦਾ ਭੁਗਤਣਾ ਪਊ। 5-10 ਸਾਲਾਂ ਦੇ ਵਿੱਚ ਇਹ ਨਤੀਜੇ ਆਉਣਗੇ, ਘਾਤਕ ਰੂਪ 'ਚ ਆਉਣਗੇ। ਅੱਗੇ ਇਰਾਕ 'ਚੋਂ ਆਏ ਨੇ, ਅੱਗੇ ਅਰਬ ਕੰਟਰੀ 'ਚੋਂ ਆਏ ਨੇ, ਯੂਕਰੇਨ 'ਚੋਂ ਆਏ ਨੇ, ਇਹ ਮਤਲਬ ਆਉਣਗੇ ਸਾਹਮਣੇ। ਗੱਲ ਕਰੋ, ਉਦੋਂ ਦੇਰ ਹੋ ਚੁੱਕੀ ਹੋ। ਜਿਹੜੇ ਆਪਦੇ ਜੜ੍ਹਾਂ 'ਚ ਖੜੇ ਰਹਿਣਗੇ, ਮੈਂ ਗਰੰਟੀ ਦਿੰਦਾ
ਉਹਨਾਂ ਦੀ ਇੱਥੇ ਹੀ ਕੈਨੇਡਾ ਤੋਂ ਵੱਧ ਰਹੂਗਾ, ਜਿਹੜੇ ਜੜ੍ਹਾਂ ਨਾਲ ਖੜੇ ਰਹਿਣਗੇ। ਕਿੰਨੀਆਂ ਚੀਜ਼ਾਂ ਆ ਗਈਆਂ, ਜੇ ਤੁਸੀਂ ਖੇਤੀ 'ਚ ਕਹੀ ਨਹੀਂ ਚਲਾਉਣਾ ਚਾਹੁੰਦੇ ਬਾਗ ਲਾ ਲਓ। ਜੇ ਤੁਸੀਂ ਬਾਗ ਦੇ ਕਿੰਨੂ ਵੀ ਨਹੀਂ ਤੋੜਨੇ ਚਾਹੁੰਦੇ, ਸਾਲ ਬਾਅਦ ਮੰਡੀਕਰਨ ਨਹੀਂ ਦੋਰਾ ਪੱਟਿਆ ਜਾਂਦਾ ਹੈ। ਮੰਡੀਕਰਨ ਜੀ ਸਬਜ਼ੀ ਬੀਜਦੇ ਨੇ, ਕਹਿੰਦੇ ਸਬਜ਼ੀ ਲੈਂਦਾ ਨਹੀਂ ਕੋਈ। ਤੁਸੀਂ ਲੱਕੜ ਲਾ ਲਓ। ਦੇਖੋ ਸਬਜ਼ੀ ਉਹ ਬੀਜੇ ਜਿਹੜਾ ਸਵੇਰੇ 4 ਵਜੇ ਉੱਠ ਕੇ ਸਬਜ਼ੀ ਤੋੜ ਕੇ ਮੰਡੀਕਰਨ ਖੁਦ ਕਰ ਸਕਦਾ ਹੋਵੇ, ਮੰਡੀ ਜਾਵੇ, ਨਹੀਂ ਰੇਹੜੀ ਲਾ ਕੇ ਵੇਚ ਸਕਦਾ ਹੋਵੇ। ਤੁਹਾਡੇ ਜੀਨ ਪੈਂਟ ਪਾਈ ਹੈ, ਤੁਸੀਂ ਗੱਲ ਕਰਦੇ ਹੋ ਸਬਜ਼ੀ ਦੇ ਮੰਡੀਕਰਨ ਦੀ। ਤੜਾਉਣ ਵਾਸਤੇ ਤੁਹਾਡੇ ਬੰਦੇ, ਤੁਸੀਂ 4 ਜਾਣੇ 2 ਬੰਦਿਆਂ ਨੂੰ ਭਾਲਦੇ ਫਿਰਦੇ ਹੋ, ਉਹਦਾ ਮੰਡੀਕਰਨ ਕਿਵੇਂ ਹੋਊਗਾ? ਨਹੀਂ ਹੁੰਦਾ। ਪਹਿਲੇ ਸਟੈਪ ਦੇ ਵਿੱਚ 10 ਕਿੱਲੇ ਤੁਸੀਂ ਸਬਜ਼ੀ ਬੀਜ ਲਈ, ਉਹਦਾ ਮੰਡੀਕਰਨ ਭਾਲਦੇ ਹੋ, ਨਹੀਂ ਹੁੰਦਾ। ਤਜਰਬਾ ਲਓ। ਸਾਈਕਲ ਸਿੱਖਣ ਵਾਸਤੇ ਵੀ ਜਿਹੜੇ ਹੁਣ ਦੀ ਵੱਡੀ ਪੀੜ੍ਹੀ ਹੈ ਉਹਨਾਂ ਨੇ ਸਾਈਕਲ ਸਿੱਖੇ ਨੇ। ਹੁਣ ਤਾਂ ਚਲੋ ਵੱਡੇ ਵੱਖਰੇ ਸਾਈਜ਼ਾਂ ਦੇ ਸਾਈਕਲ ਆ ਗਏ, ਉਹਨਾਂ ਦੇ ਗੋਡੇ ਕੂਣੀਆਂ ਫੁੱਟੇ ਹੋਏ ਨੇ। ਤੇ ਫਿਰ ਸਾਡੇ ਇੱਧਰ ਤਾਂ ਗੋਡੇ ਕੂਣੀਆਂ ਕਦੇ ਫੁੱਟੇ ਨਹੀਂ। ਪਹਿਲੀ ਵਾਰ ਨਹੀਂ ਕੋਈ ਹੁੰਦਾ। ਪਹਿਲੀ ਵਾਰ ਮੈਂ ਤਾਂ ਕਹੂੰਗਾ ਸਬਜ਼ੀ ਉਤਪਾਦਕਾਂ ਨੂੰ ਪਹਿਲਾਂ ਉਹਦੀ ਰਸੋਈ ਦੀਆਂ ਸਬਜ਼ੀਆਂ ਸਾਰੀਆਂ ਪੂਰੀਆਂ ਕਰੋ। ਸਹੁੰ ਖਾਓ ਵੀ ਬਾਜ਼ਾਰੋਂ ਨਹੀਂ ਕੁਝ ਲੈ ਕੇ ਆਉਣਾ, ਚਟਣੀ ਬਣਾ ਲਾਂਗੇ ਆਪਦੇ ਗੰਢਿਆਂ ਦੀ, ਫਿਰ ਕਾਮਯਾਬ ਹੋਵਾਂਗੇ ਜੀ। ਜਦੋਂ ਅਸੀਂ ਗੋਭੀ ਜੂਨ ਜੁਲਾਈ ਦੇ ਵਿੱਚ ਖਾਂਦੇ ਹਾਂ, ਜਿਹੜੀ ਦਸੰਬਰ ਜਨਵਰੀ 'ਚ ਆਉਂਦੀ ਹੈ ਅਸਲ ਖੇਤੀ, ਤਾਂ ਜਦੋਂ ਅਸੀਂ ਇਹ ਖਾਂਦੇ ਤਾਂ ਬਿਮਾਰ ਵੀ ਹੋਵਾਂਗੇ, ਜੇਬ ਵੀ ਖਾਲੀ ਰਹੂਗੀ, ਤੇ ਸਾਡੇ ਖੇਤਾਂ ਦੀ ਸਬਜ਼ੀ ਕਿਤੇ ਵਿਕੂ ਵੀ ਨਹੀਂ ਜੀ। ਸਾਨੂੰ ਆਦਤਾਂ ਨੇ, ਸਾਨੂੰ ਲਿਫਾਫਿਆਂ ਦੇ ਵਿੱਚ ਚਮਕਦੀਆਂ ਚੀਜ਼ਾਂ ਖਿੱਚਣ ਲੱਗ ਗਈਆਂ। ਉਹ ਜਦੋਂ ਅਸੀਂ ਦਿਖਾਉਂਦੇ ਹਾਂ ਤਾਂ ਸਾਨੂੰ ਮਾਨਸਿਕ ਤਸੱਲੀ ਹੋਣ ਲੱਗ ਗਈ ਅਸਲ 'ਚ, ਸਾਨੂੰ ਸਰੀਰਕ ਤਸੱਲੀ ਨਹੀਂ। ਦੇਖੋ ਤੁਸੀਂ ਇੱਕ ਬੰਦੇ ਕੋਲ ਗੱਲ ਕਰ ਲਓ, ਅੱਧੇ ਪੰਜਾਬ ਦੇ ਹਸਪਤਾਲਾਂ ਦੇ ਨਾਂ ਗਿਣਾ ਦੂਗਾ। ਗੱਲ ਕਰੋ ਬੰਦੇ ਨੂੰ, ਪੁੱਛੋ ਵੀ ਤੈਨੂੰ ਆਪਦੀ ਜ਼ਮੀਨ ਦੇ ਕਿੱਲਾ ਨੰਬਰ ਪਤਾ? ਨਹੀਂ ਪਤਾ ਹੁੰਦਾ ਕਿਸੇ। ਸਾਡੇ ਪਹਿਲਾਂ ਖੇਤਾਂ ਦੇ ਨਾਂ ਹੁੰਦੇ ਸੀ, ਦਰਖਤਾਂ ਦੇ ਨਾਂ, ਬੇਰੀ ਵਾਲਾ ਖੇਤ, ਟਾਹਲੀ ਵਾਲਾ ਖੇਤ, ਪਿੱਪਲ ਵਾਲਾ ਖੇਤ। ਹੁਣ ਸਾਡੀਆਂ ਔਰਤਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ। ਉਹ ਮਹੀਨੇ ਦੇ ਵਿੱਚ 1 ਵਾਰ ਜਾਂਦੀਆਂ ਨੇ ਇਕੱਲਾ ਮੱਟੀ ਦੇ ਮੱਥਾ ਟੇਕਣ ਜਾਂ ਦੁੱਧ ਚੜਾਉਣ। ਇਹ ਵੀ ਤਕਨੀਕ ਸੀ ਬਜ਼ੁਰਗਾਂ ਦੀ, ਖੇਤਾਂ ਤੱਕ ਲੈ ਕੇ ਜਾਣ ਦੀ ਉਹਨਾਂ ਨੂੰ। ਅਸੀਂ ਕੋਈ ਫਲਦਾਰ ਬੂਟਾ ਨਹੀਂ ਲਾਇਆ, ਸਾਡੇ ਬੱਚੇ ਕੀ ਕਰਨ ਜਾਣਗੇ? ਬੱਚੇ ਨਹੀਂ ਜਾਂਦੇ ਸਾਡੇ। ਅਸੀਂ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਜਿੰਮ ਜਾਂ ਉਹ ਲਾ ਰਹੇ ਹਾਂ, ਖੇਤਾਂ 'ਚ ਬਣਾਉਣ, ਬੱਚੇ ਜਾਣ ਉੱਥੇ ਦੇਖਣ। ਸਾਡੀ ਆਪਦੀ ਵਿਗਾੜ ਹੈ। ਸੱਥਾਂ ਬੇਰੌਣਕੀਆਂ ਕਰ ਲਈਆਂ, ਪਾਰਟੀਬਾਜ਼ੀ 'ਚ ਵੰਡੇ ਗਏ, ਲੜਾਈਆਂ ਝਗੜੇ ਕਰਨ ਲੱਗ ਗਏ। ਸੰਦ ਸੰਦੇੜਾ ਵੀ ਅਸੀਂ ਉਹ ਆਪਦੀ ਪਾਰਟੀ ਵਾਲੇ ਨੂੰ ਦਿੰਦੇ ਹਾਂ। ਭੈਣ ਭਾਈਆਂ ਨਾਲ ਟੁੱਟ ਗਏ, ਬਾਹਰਲਿਆਂ ਦੀਆਂ ਦੂਰ ਵਾਲਿਆਂ ਦੀਆਂ ਗੱਲਾਂ ਮੰਨਣ ਲੱਗ ਗਏ, ਅਮਰੀਕਾ ਕੈਨੇਡਾ ਦੇ ਸੁਪਨੇ ਦੇਖਣ ਲੱਗ ਗਏ। ਉੱਥੋਂ ਦੀ ਜਿਹੜਾ ਸੱਚ ਹੈ ਉਹ ਨਹੀਂ ਪਤਾ ਲੱਗਦਾ। ਹੁਣ ਤੁਸੀਂ ਹੋ, ਮੇਰੇ ਕੋਲ ਆਏ ਹੋ, ਆਪਾਂ ਵੀਡੀਓ ਬਣਾ ਰਹੇ ਹਾਂ, ਗੱਲਬਾਤ ਚੱਲ ਰਹੀ ਹੈ, ਆਪਾਂ ਵਧੀਆ ਦ੍ਰਿਸ਼ ਸਿਰਜ ਕੇ ਕਰਿਆ ਜੀ। ਇਹੋ ਜਿਹੀਆਂ ਫੋਟੋਆਂ ਪਾ ਦਈਏ ਤਾਂ ਅਗਲਾ ਅਟਰੈਕਟ ਹੋਊਗਾ। ਗੱਲ ਕਰ ਜਿਹੜੀ ਸਾਡੀ ਜਦੋਂ ਲਿਬੜੇ ਹੁੰਦੇ ਆ ਖੇਤੀ ਵਾਲੀ ਗੱਲ ਹੁੰਦੀ ਹੈ, ਉਹ ਨਹੀਂ ਨਾ ਅਸੀਂ ਪੇਸ਼ ਕਰਦੇ। ਜਦੋਂ ਸਾਡੇ ਪੈਰਾਂ ਦੇ ਵਿੱਚ ਕੁਝ ਨਹੀਂ ਹੁੰਦਾ, ਬਾਹਾਂ ਤੇ ਗੰਨੇ ਦੇ ਚੀਰੇ ਵੱਜੇ ਹੁੰਦੇ ਨੇ ਜੀ, ਹਨਾ, ਤੇ ਕਦੇ ਫੋਨ ਆ ਜਾਂਦਾ ਕਿਸੇ ਦਾ, ਉਦੋਂ ਫੋਨ ਦੀ ਟੱਚ ਸਕਰੀਨ ਨੂੰ ਕਰਨ ਵਾਸਤੇ ਕੋਈ ਕੱਪੜਾ ਸੁੱਕਾ ਹੀ ਨਹੀਂ ਹੁੰਦਾ, ਸਾਰਾ ਕੁਝ ਪਸੀਨੇ 'ਚ। ਅੱਜ ਕੱਲ੍ਹ ਖਾਸ ਕਰਕੇ ਪਸੀਨੇ 'ਚ ਗਿੱਲਾ ਹੁੰਦਾ ਜੀ। ਤੇ ਮੈਨੂੰ ਯਾਦ ਆ ਮੇਰੇ ਪਰਨੇ ਦਾ ਸਿਖਰਲਾ ਇੱਥੇ ਸਹੀ ਕਦੇ ਸੁੱਕਾ ਮਿਲਦਾ, ਨਹੀਂ ਸਾਰਾ ਕੁਝ ਭਿੱਜਿਆ ਹੁੰਦਾ। ਉਹ ਨਹੀਂ ਨਾ ਮੈਂ ਫੋਟੋ ਪਾਉਂਦਾ ਵੀ ਮੇਰੀ ਇਹ ਸਥਿਤੀ ਵੀ ਹੁੰਦੀ ਹੈ। ਜਦੋਂ ਮੈਂ ਉਹ ਨਹੀਂ ਪਾਉਂਦਾ ਤਾਂ ਲੋਕ ਜਾਣੂ ਨਹੀਂ ਹੁੰਦੇ। ਮੇਰੇ ਇਕੱਲੇ ਪੈਂਟ ਕਮੀਜ਼ ਤੋਂ ਜਾਣੂ ਹੋ ਕੇ ਲੋਕ ਉਹ ਅਟਰੈਕਟ ਹੋ ਕੇ ਉਹ ਕੰਮ ਕਰਨਗੇ ਤਾਂ ਕਦੇ ਕਾਮਯਾਬ ਨਹੀਂ ਹੁੰਦੇ। ਉਹਨਾਂ ਨੂੰ ਬੇਸਿਕ ਤੌਰ ਤੇ ਵੀ ਉੱਥੇ ਜਾਣਾ ਪਊਗਾ। ਬਚਦਾ, ਹਰ ਇੱਕ ਚੀਜ਼ 'ਚ ਬਚਦਾ। ਅਜੇ ਤੱਕ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਨਹੀਂ ਹਨ ਵੀ ਜਿਹੜੇ ਸਾਰੇ ਸਬਜ਼ੀ ਉਗਾਉਣਾ ਛੱਡ ਗਏ। ਇਸੇ ਸਬਜ਼ੀ ਹੋ ਰਹੀ ਹੈ ਤੇ ਇਹਦਾ ਮਤਲਬ ਉਹਨਾਂ ਨੂੰ ਕੋਈ ਨਾ ਕੋਈ ਆਮਦਨ ਹੋ ਰਹੀ ਹੈ। ਬਾਗ ਵੀ ਸਾਡੇ ਕੋਲ ਕਿੰਨੂ ਅਮਰੂਦ ਵੀ ਆ ਰਹੇ ਨੇ, ਇਹ ਕੋਈ ਰੱਬ ਨਹੀਂ ਸਿੱਟ ਰਿਹਾ ਜਾਂ ਕਿਸੇ ਫੈਕਟਰੀ 'ਚ ਨਹੀਂ ਬਣਦੇ, ਕਿਸੇ ਨਾ ਕਿਸੇ ਖੇਤ 'ਚ ਆ ਰਹੇ ਨੇ। ਸਾਡੇ ਕੋਲ ਗੋਭੀ ਵੀ ਆ ਰਹੀ ਹੈ, ਸਾਡੇ ਕੋਲੇ ਮੂਲੀ ਵੀ ਆ ਰਹੀ ਹੈ। ਇਹਦਾ ਮਤਲਬ ਕੋਈ ਨਾ ਕੋਈ ਕਿਸਾਨ ਕਿਸੇ ਫੈਕਟਰੀ 'ਚ ਨਹੀਂ ਪੈਦਾ ਕਰ ਰਿਹਾ। ਉਹ ਪੈਦਾ ਤਾਂ ਹੀ ਕਰ ਰਿਹਾ ਜੇ ਉਹਨੂੰ ਮੁਨਾਫਾ ਹੋ ਰਿਹਾ। ਗੱਲ ਕਰ ਗੜਬੜ ਕਿੱਥੇ ਹੈ? ਤਕਨੀਕ 'ਚ। ਸਾਡੇ ਪਹਿਲੇ ਸਾਸੇ ਅਸੀਂ ਵੱਡੇ ਕਰ ਲੈਂਦੇ ਹਾਂ, ਫਿਰ ਉੱਥੇ ਸਮੱਸਿਆ ਆਉਣੀ ਹੈ। ਤਜਰਬਾ ਲਓਗੇ, ਬੱਚਾ ਇੱਕ ਊੜਾ ਆੜਾ ਸਿੱਖਣ ਵਾਸਤੇ 10 ਸਾਲ ਲਾਉਂਦਾ, ਤੇ ਫਿਰ ਅਸੀਂ 1 ਸਾਲ 'ਚ ਭਾਲਦੇ ਹਾਂ ਵੀ ਸਾਨੂੰ ਹੋ ਜੇ। ਜਦੋਂ ਨੂੰ ਅਸੀਂ ਕਾਮਯਾਬ ਹੋਣ ਦੀ ਸਾਡੀ ਗੱਲ ਆਉਂਦੀ ਹੈ, ਅਸੀਂ ਸਿੱਖਦੇ ਹਾਂ, ਉਦੋਂ ਨੂੰ ਅਸੀਂ ਛੱਡ ਕੇ ਅੱਗੇ ਭੱਜ ਜਾਂਦੇ ਹਾਂ। ਸਾਡਾ ਸਭ ਤੋਂ ਵੱਡਾ ਕਿਸਾਨੀ ਦਾ ਦਿਖਾਂਤ ਇਹੀ ਆ ਜੀ। ਹਰ ਘਰ ਬਿਮਾਰੀ ਹੈ। ਸਰਕਾਰਾਂ ਪ੍ਰਤੀ ਲੋਕਾਂ ਦੇ ਸ਼ਿਕਵੇ ਨੇ ਕਿ ਬਿਮਾਰੀਆਂ ਸਰਕਾਰਾਂ ਨੇ ਫੈਲਾਈਆਂ ਨੇ, ਜਾਂ ਜਦੋਂ ਤੁਸੀਂ ਪੀਣ ਵਾਲੇ ਪਾਣੀ ਦੀ ਗੱਲ ਕਰਦੇ ਆ ਤਾਂ ਦੋਸ਼ ਮੜਿਆ ਜਾਂਦਾ ਕਿ ਇੰਡਸਟਰੀਆਂ ਨੇ ਪਾਣੀ ਗੰਦਲਾ ਕਰਤਾ। ਕੀ ਲੱਗਦਾ, ਸਰਕਾਰਾਂ ਜ਼ਿੰਮੇਵਾਰ ਨੇ ਜਾਂ ਅਸੀਂ ਆਪ ਖੁਦ ਜ਼ਿੰਮੇਵਾਰ ਹਾਂ? ਵੈਸੇ ਬੰਦਾ ਆਪਣਾ ਡਾਕਟਰ, ਸਭ ਤੋਂ ਵੱਡਾ ਡਾਕਟਰ ਆਪ ਹੈ। ਬੰਦਾ ਜਿੱਡਾ ਡਾਕਟਰ ਆਪ ਹੈ, ਓਡਾ ਦੁਨੀਆ 'ਚ ਉਹਦੇ ਜਿੱਡਾ ਕੋਈ ਡਾਕਟਰ ਨਹੀਂ ਹੈ ਉਹਦੇ ਸਰੀਰ ਪ੍ਰਤੀ। ਕਿਉਂਕਿ ਸਾਨੂੰ ਆਪਦੇ ਹਰ ਇੱਕ ਅੰਦਰਲੀ ਐਕਟੀਵਿਟੀ ਦਾ ਪਤਾ ਹੋਣਾ ਚਾਹੀਦਾ ਹੈ। ਗੱਲ ਕਰ ਦੁੱਖ ਹੈ, ਸਾਡੇ ਸਕੂਲੀ ਸਿਲੇਬਸ ਦੇ ਵਿੱਚ ਸਾਡੇ ਸਰੀਰ ਬਾਰੇ ਜਾਣਕਾਰੀ ਲਈ ਕੋਈ ਚੀਜ਼ ਨਹੀਂ।
ਕਿਸੇ ਨਾ ਕਿਸੇ ਕਲਾਸ ਦੇ ਵਿੱਚ ਇੱਕ ਅੱਧਾ ਲੈਸਨ ਆਉਂਦਾ, ਪਾਠ ਆਉਂਦਾ, ਜਿਵੇਂ ਸੈਕਸ ਬਾਰੇ ਆਉਂਦਾ, ਉਹ ਤੋਂ ਅਧਿਆਪਕ ਸੰਗਦੇ ਨੇ, ਬੱਚਿਆਂ ਨੂੰ ਦੱਸਦੇ ਨਹੀਂ। ਸਾਨੂੰ 90% ਤੋਂ ਉੱਪਰ ਲੋਕਾਂ ਨੂੰ ਵੀ ਇਕੱਲੇ ਦਿਲ ਤੋਂ ਬਿਨਾਂ ਉਹ ਵੀ ਧੜਕਦਾ, ਬਾਕੀ ਸਰੀਰ ਦੇ ਅੰਗਾਂ ਦਾ ਪਤਾ ਹੀ ਨਹੀਂ ਕਿੱਥੇ ਕੀ ਹੈ। ਇਸੇ ਕਰਕੇ ਅਸੀਂ ਸੰਭਾਲ ਨਹੀਂ ਕਰ ਸਕੇ। ਸਾਡੇ ਲੋਕਾਂ ਨੇ ਕਰੋੜਾਂ ਦੀਆਂ ਕੋਠੀਆਂ ਬਣਾ ਲਈਆਂ, ਲੱਖਾਂ ਦੀਆਂ ਕਾਰਾਂ ਲੈ ਲਈਆਂ, ਪਰ ਅਰਬਾਂ ਦਾ ਜਿਹੜਾ ਸਾਡਾ ਸਰੀਰ ਸੀ ਉਹ ਗਵਾ ਲਿਆ। ਅਸੀਂ ਬਿਮਾਰ ਹੋ ਗਏ, ਸਾਨੂੰ ਪਤਾ ਹੀ ਨਹੀਂ ਵੀ ਕਿਹੜਾ ਰੋਗ ਕਿਵੇਂ ਹੁੰਦਾ, ਕਿੱਥੋਂ ਹੁੰਦਾ। ਸਾਡਾ ਜਿਹੜਾ ਭੋਜਨ ਹੈ ਉਹ ਤੰਦਰੁਸਤੀ ਵਾਲਾ ਭੋਜਨ ਨਹੀਂ ਅਸੀਂ ਖਾ ਰਹੇ, ਅਸੀਂ ਜੀਭ ਦੇ ਸਵਾਦ ਵਾਲਾ ਤੇ ਢਿੱਡ ਭਰਨ ਵਾਲਾ ਭੋਜਨ ਖਾ ਰਹੇ ਹਾਂ। ਬਸ ਇਹ ਸਾਡੀ ਬਿਮਾਰੀ ਦਾ ਕਾਰਨ ਹੈ। ਸਾਨੂੰ ਵਿਆਹ ਸ਼ਾਦੀਆਂ ਜਾਂਦੇ ਹਾਂ, ਉੱਥੇ ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਭੋਜਨ ਦੀਆਂ, ਸਾਡੀਆਂ ਅੱਖਾਂ ਦੇਖ ਕੇ ਆਨੰਦ ਹੋ ਜਾਂਦੀਆਂ ਨੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਹੜਾ ਅਸੀਂ ਖਾ ਰਹੇ ਹਾਂ ਬਿਮਾਰ ਹੋ ਰਹੇ ਹਾਂ। ਮੈਂ ਟੀਚਰ ਹਾਂ, ਮੇਰੇ ਕੋਲੇ ਵਿਦਿਆਰਥੀ ਆਉਂਦੇ ਨੇ, ਉਹਨਾਂ ਦੇ ਪੇਰੈਂਟਸ ਆਉਂਦੇ ਨੇ ਵੀ ਅੱਜ ਸਾਡਾ ਬੱਚਾ ਨਹੀਂ ਆਉਂਦਾ ਜੀ, 2 ਦਿਨ ਹੋਰ ਨਹੀਂ ਆਉਂਦਾ ਜੀ। ਅਸੀਂ ਪੁੱਛਦੇ ਵੀ ਕਾਰਨ, ਕਹਿੰਦੇ ਵਿਆਹ ਗਿਆ ਸੀ ਜੀ। ਸਾਡੇ ਵਿਆਹ ਤਾਂ ਬਿਮਾਰੀ ਦਿੰਦੇ ਨੇ। ਕਿੰਨੇ ਲੋਕ ਨੇ ਜਿਹੜੇ ਵਿਆਹ ਤੋਂ ਬਾਅਦ ਦੂਜੇ ਦਿਨ ਵੀਕਾਸੋਲ ਦੇ ਕੈਪਸੂਲ ਖਾਂਦੇ ਨੇ, ਤੇਜ਼ਾਬ ਵਾਲੀਆਂ ਗੋਲੀਆਂ ਖਾਂਦੇ ਨੇ, ਇਸ ਤਰ੍ਹਾਂ ਦੀਆਂ। ਮਤਲਬ ਉਹ ਫੇਰ ਨਹੀਂ ਸੋਚਦੇ ਵੀ ਯਾਰ ਮੈਂ ਐਤਕੀ ਬਿਮਾਰ ਹੋਈ ਤਾਂ ਕਦੋਂ ਹੋਇਆ, ਕਿੱਥੇ ਹੋਇਆ, ਹਿਸਟਰੀ ਨਹੀਂ ਬਣਾਉਂਦੇ ਉਹ ਜੀ। ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ। ਫੇਰ ਉਹ ਭੋਜਨ ਜਿਹੜਾ ਸਾਨੂੰ ਬਿਮਾਰ ਕਰਦਾ ਅਸੀਂ ਫੇਰ ਵੀ ਖਰੀਦਦੇ ਹਾਂ, ਉਹੀ ਖਰੀਦਦੇ ਹਾਂ ਜੀ। ਉਹਨੂੰ ਕੋਸ਼ਿਸ਼ ਹੀ ਨਹੀਂ ਕਰਦੇ ਵੀ ਇਹ ਯਾਰ ਪੈਦਾ ਜੇ ਗੋਭੀ ਸਾਡੀ ਮਾੜੀ ਆਉਂਦੀ ਹੈ, ਕੀਟਨਾਸ਼ਕ ਵਾਲੀ ਆਉਂਦੀ ਹੈ, ਉਹਨੂੰ ਕੈਮੀਕਲ ਨਾਲ ਧੋ ਕੇ ਚਿੱਟੀ ਕਰਕੇ ਸਾਨੂੰ ਪਰੋਸਿਆ ਜਾਂਦਾ। ਟਮਾਟਰ ਆਉਂਦੇ ਨੇ, ਉਹਨਾਂ ਦੇ ਉੱਪਰ ਕੋਈ ਨਾ ਕੋਈ ਕੈਮੀਕਲ ਲਾ ਕੇ ਚਮਕਦੇ ਕਰਕੇ ਸਾਨੂੰ ਦਿੱਤਾ ਜਾਂਦਾ। ਸਾਨੂੰ ਪਤਾ ਹੀ ਨਹੀਂ ਵੀ ਕਾਣਾ ਟਮਾਟਰ ਤੇ ਕਾਣੀ ਗੋਭੀ ਦਾ ਗੁਣਕਾਰੀ ਹੁੰਦੀ ਹੈ, ਉਹਦੀ ਸ਼ੁੱਧਤਾ ਦਾ ਸਰਟੀਫਿਕੇਟ ਹੈ। ਨਹੀਂ ਲੈਣਾ ਚਾਹੁੰਦੇ ਅਸੀਂ, ਕਿਉਂਕਿ ਸਾਡੇ ਜਿਹੜਾ ਭੌਤਿਕਵਾਦ ਤੇ ਜਿਹੜੀਆਂ ਕੰਪਨੀਆਂ ਵੱਲੋਂ, ਵੱਡੀਆਂ ਕੰਪਨੀਆਂ ਵੱਲੋਂ ਜਿਹੜੀਆਂ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਨੇ, ਉਹ ਸਾਡੇ ਤੇ ਇੰਨੀਆਂ ਭਾਰੂ ਹੋ ਗਈਆਂ ਵੀ ਸਾਨੂੰ ਜਿਹੜੀ ਸ਼ੁੱਧ ਚੀਜ਼ ਦੀ ਪਹਿਚਾਣ ਹੀ ਨਹੀਂ ਰਹੀ। ਪੁਰਾਣੀਆਂ ਜਿਹੜੀਆਂ ਬਜ਼ੁਰਗ ਔਰਤਾਂ ਸੀ, ਉਹਨਾਂ ਦੀ ਉਂਗਲ ਦੇ ਉੱਪਰ ਦੁੱਧ ਨੂੰ ਚੈੱਕ ਕਰਨ ਵਾਲੀ ਲੈਬੋਰਟਰੀ ਸੀ, ਤੇ ਅੱਜ ਸਾਡੀਆਂ ਲੈਬੋਰਟਰੀਆਂ ਵੀ ਦੁੱਧ ਨਹੀਂ ਚੈੱਕ ਕਰਦੀਆਂ। ਤੁਸੀਂ ਕਿਸੇ ਦਾ ਸ਼ਿਕਾਇਤ ਕਰਕੇ ਕਿਸੇ ਦਾ 2 ਨੰਬਰ ਦਾ ਦੁੱਧ ਫੜਾ ਦਿਓ, ਤੇ ਮਹੀਨੇ ਬਾਅਦ ਜਿਹੜੀ ਰਿਪੋਰਟ ਆਊਗੀ ਉਹਨਾਂ ਦੇ ਪੱਖ 'ਚ ਆਊਗੀ, ਦੋਸ਼ੀ ਤੁਸੀਂ ਹੋਵੋਗੇ। ਹੁਣ ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦਾ ਜੀ ਸਰਕਾਰਾਂ ਫੜਦੀਆਂ ਕਿਉਂ ਨਹੀਂ? ਵੀ 60% ਜਿਹੜਾ ਦੁੱਧ ਮੰਗ ਦੇ ਅਨੁਸਾਰ 60% ਦੁੱਧ ਨਕਲੀ ਹੈ, 40% ਹੀ ਪੈਦਾ ਹੋ ਰਿਹਾ ਜੀ। ਹੁਣ ਇੱਥੇ ਵੀ ਸਰਕਾਰਾਂ ਦਾ ਕਨਸੈਪਟ ਹੈ ਵੀ ਜੇਕਰ ਉਹਨਾਂ ਨੇ ਸਮਾਨ ਬੰਦ ਕਰਤਾ, ਕਿਉਂਕਿ ਪੂਰਤੀ ਤਾਂ ਹੋਣੀ ਨਹੀਂ, ਲੋਕ ਭੁੱਖੇ ਮਰਦੇ ਲੜ ਹੀ ਮਰ ਜਾਣਗੇ, ਤਾਂ ਸਰਕਾਰਾਂ ਨੇ ਬੜੀਆਂ ਚਾਤਰ ਚਲਾਕ ਮਾਹਰ ਬੈਠੇ ਨੇ, ਉਹਨਾਂ ਨੇ ਬਣਾਇਆ ਵੀ ਯਾਰ ਇਹਨਾਂ ਨੂੰ ਇੱਕੇ ਦਿਨ 'ਚ ਨਾ ਮਾਰੋ, ਮਰ ਜਾਣਗੇ, ਆਪਾਂ ਨੂੰ ਮਾਰ ਦੇਣਗੇ, ਲੜ ਪੈਣਗੇ, ਸ਼੍ਰੀਲੰਕਾ ਵਾਲੀ ਸਥਿਤੀ ਹੋ ਜੂ। ਉਹ ਕਹਿੰਦੇ ਵੀ ਇਹਨਾਂ ਨੂੰ ਯਾਰ ਖਾਣ ਦਿਓ ਕੂੜ ਕਵਾੜ, 5-7 ਸਾਲਾਂ 'ਚ ਬਿਮਾਰ ਹੋ ਕੇ ਮਰ ਜਾਣਗੇ। ਕੋਈ 10 ਸਾਲਾਂ 'ਚ ਮਰ ਜਾਂਦਾ, ਕੋਈ 2 'ਚ ਮਰ ਜਾਂਦਾ, ਕੋਈ 20 'ਚ ਮਰ ਜਾਂਦਾ। ਮਤਲਬ ਸਾਡੀਆਂ ਸਥਿਤੀਆਂ ਇਹ ਨੇ, ਹਰ ਘਰੇ ਆਣ ਆਈ ਮੌਤ, ਬੇਵਕਤੀ ਮੌਤ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਹ ਸਾਡੇ ਪੰਜਾਬ ਦਾ ਦਿਖਾਂਤ ਹੈ। ਇਹ ਕਿਸੇ ਨੇ ਨਹੀਂ ਮਾਰਿਆ ਕਿਸੇ ਨੂੰ, ਖੁਦ ਮਰਦੇ ਆ। ਕਿਸੇ ਦੇ ਮੂੰਹ ਦਾ ਸਾਈਜ਼ ਕਿੱਡਾ ਕੁ ਹੈ, ਐਡਾ ਕੁ ਸਾਈਜ਼ ਹੈ। ਤੁਹਾਡੇ ਮੂੰਹ 'ਚ ਕੋਈ ਕੀ ਪਾ ਦੂਗਾ? ਕਿੰਨੇ ਕੁ ਤੁਸੀਂ ਯਾਦ ਕਰੋ ਵੀ ਤੁਹਾਡੇ ਧੱਕੇ ਨਾਲ ਕਿੰਨੇ ਕੁ ਲੋਕਾਂ ਨੇ ਕੀ ਪਾਇਆ, ਤਾਂ ਫਿਰ ਮੂੰਹ 'ਚ ਕੌਣ ਪਾਉਂਦਾ? ਤੁਹਾਡੇ ਹੱਥ ਉਹੀ ਲੈ ਕੇ ਜਾਂਦੇ ਆ। ਸਾਡੀਆਂ ਅੱਖਾਂ ਪਵਾਉਂਦੀਆਂ ਨੇ, ਸਾਡਾ ਲਾਲਾਂ ਪਵਾਉਂਦੀਆਂ ਨੇ। ਬਿਮਾਰ ਹੋਣ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਤੰਦਰੁਸਤੀ ਅਸੀਂ ਲਿਆ ਸਕਦੇ ਹਾਂ, ਹਸਪਤਾਲ 'ਚੋਂ ਨਹੀਂ ਮਿਲਦੀ। ਸਾਡੇ ਲੋਕ ਵਿਰੋਧ ਕਰਦੇ ਨੇ, ਮੰਗਾਂ ਕਰਦੇ ਨੇ, ਸਾਡੇ ਹਸਪਤਾਲ ਖੋਲ੍ਹ ਦਿਓ। ਤੰਦਰੁਸਤੀ ਕੋਈ ਨਹੀਂ ਮੰਗਦਾ। ਦੇਖੋ ਇਹ ਗੱਲਾਂ ਕਰਦੇ ਨੇ ਵੀ ਸਾਡੇ ਹਸਪਤਾਲ ਖੋਲ੍ਹ ਦਿਓ ਜੀ ਕੈਂਸਰ ਦਾ, ਮਤਲਬ ਉਹਨਾਂ ਨੇ ਪਹਿਲਾਂ ਹੀ ਮੰਨ ਲਿਆ ਵੀ ਇਸ ਤੋਂ ਬਾਅਦ ਸਾਡੇ ਕੈਂਸਰ ਦੇ ਮਰੀਜ਼ ਹੋਰ ਵਧਣਗੇ। ਤੰਦਰੁਸਤੀ ਦੀ ਗੱਲ ਹੀ ਨਹੀਂ ਕਰਦੇ। ਸਭ ਤੋਂ ਵੱਡਾ ਹੀ ਦਿਖਾਉਂਦੇ ਆ। ਉਹ ਮੰਗ ਕਰਨ ਸਾਨੂੰ ਸ਼ੁੱਧ ਚੀਜ਼ਾਂ ਦਿਓ ਜੀ, ਸਾਨੂੰ ਗਾਈਡ ਕਰੋ। ਅਸੀਂ ਤਾਂ ਚੰਗਾ ਖਾਣਾ ਚਾਹੁੰਦੇ ਹਾਂ, ਅਸੀਂ ਬਿਮਾਰ ਹੋ ਕੇ ਹਸਪਤਾਲਾਂ 'ਚ ਨਹੀਂ ਰਹਿਣਾ ਚਾਹੁੰਦੇ। ਮੇਰੇ ਕੋਲ ਕਈ ਇਹ ਜਿਹੇ ਮਿਲਣ ਵਾਲੇ ਨੇ ਜਿਨ੍ਹਾਂ ਕੋਲੇ 50-50 ਲੱਖ ਦੀਆਂ ਗੱਡੀਆਂ ਨੇ, 2-2 ਕਰੋੜ ਦੀਆਂ ਕੋਠੀਆਂ ਨੇ, ਤੇ ਮਹੀਨੇ ਦਾ ਬਹੁਤਾ ਸਮਾਂ ਹਸਪਤਾਲ 'ਚ ਗੁਜ਼ਾਰਦੇ ਨੇ। ਇਹ ਜੀ ਕੋਠੀ ਦਾ ਫਾਇਦਾ ਕੀ? ਇਦੋਂ ਨਾਲ ਤਾਂ ਤੁਸੀਂ ਆਪਦਾ ਕੋਈ ਖੇਤ ਹੀ ਇਹ ਜਿਹਾ ਲੈ ਲੈਂਦੇ, ਕੋਈ 2 ਬੰਦੇ ਇਹ ਜਿਹੇ ਰੱਖ ਲੈਂਦੇ, ਜਿਹੜਾ ਤੁਹਾਡੇ ਬੱਚਿਆਂ ਨੂੰ ਤਾਂ ਤੰਦਰੁਸਤ ਕਰ ਸਕਦਾ। ਜੀ। ਸਰੀਰਕ ਤੌਰ ਤੇ ਅਸੀਂ ਅਨਫਿੱਟ ਹਾਂ। ਸਾਡੇ ਜੇ ਸਰੀਰ ਦੀ ਸਾਨੂੰ ਕੋਈ ਮੋਟੂ ਕਹਿੰਦਾ ਤਾਂ ਸਾਨੂੰ ਅਲਕਤ ਆਉਂਦੀ ਹੈ। ਅਸੀਂ ਸੱਚ ਦਾ ਸਾਹਮਣੇ ਨਹੀਂ ਕਰ ਸਕਦੇ। ਸਾਨੂੰ ਜੇ ਕੋਈ ਕਹਿੰਦਾ, ਕੋਈ ਬੋੜਾ ਕਹਿੰਦਾ, ਕੋਈ ਲੰਗੜਾ ਕਹਿੰਦਾ, ਤਾਂ ਅਸੀਂ ਸਾਹਮਣਾ ਨਹੀਂ ਕਰ ਸਕਦੇ। ਅਸੀਂ ਗੁੱਸੇ ਹੁੰਦੇ ਹਾਂ ਵੀ ਇਹਨੇ ਮੈਨੂੰ ਯਾਰ ਮੋਟੂ ਕਿਹਾ, ਮੇਰੇ ਸਰੀਰ ਬਾਰੇ ਐਂ ਕਿਹਾ। ਜਦੋਂ ਅਸੀਂ ਇਹ ਚੀਜ਼ਾਂ ਤੋਂ ਕਰਾਂਗੇ ਵੀ ਸਾਨੂੰ ਯਾਰ ਦੂਜੇ ਨੂੰ ਕਹਾਂਗੇ ਮੈਨੂੰ ਦੱਸ ਵੀ ਮੈਂ ਕਹੇ ਜਾਂ, ਫਿਰ ਅਸੀਂ ਫਿੱਟ ਹੋਵਾਂਗੇ। ਨਹੀਂ ਜੀ। ਤੁਸੀਂ ਸੁਣਿਆ ਹਰਦੀਪ ਜਟਾਣਾ ਜੀ ਨੂੰ। ਬਹੁਤ ਸਾਰੇ ਕਿਸਾਨਾਂ ਲਈ ਇਹ ਇੰਟਰਵਿਊ ਲਾਹੇਵੰਦ ਹੋਵੇਗੀ। ਜਦੋਂ ਭੀਖੀ ਤੋਂ ਮਾਨਸਾ ਰੋਡ ਤੇ ਤੁਸੀਂ ਜਾਂਦੇ ਹੋ, ਭੀਖੀ ਤੋਂ ਮਾਨਸਾ ਨੂੰ ਜਾਂਦਿਆਂ ਖੱਬੇ ਹੱਥ ਖਿਆਲਾ ਕਲਾਂ ਵਿਖੇ ਮਲਵਈ ਸਟੋਰ ਦਾ ਬੋਰਡ ਲੱਗਿਆ ਹੋਇਆ। ਜਿਹੜੇ ਕਿਸਾਨ ਚਾਹੁੰਦੇ ਨੇ ਕਿ ਅਸੀਂ ਕਰਜ਼ਾ ਮੁਕਤ ਹੋਈਏ, ਜਿਹੜੇ ਕਿਸਾਨ ਚਾਹੁੰਦੇ ਨੇ ਕਿ ਅਸੀਂ ਰਸੋਈ ਦੀਆਂ ਚੀਜ਼ਾਂ ਆਪਣੇ ਹੀ ਹੱਥਾਂ ਦੇ ਨਾਲ ਆਪਣੇ ਹੀ ਖੇਤਾਂ ਜ਼ਮੀਨਾਂ ਵਿੱਚ ਉਗਾਵਾਂਗੇ,
ਤਾਂ ਉਹ ਲੋਕ ਜ਼ਰੂਰ ਇੱਥੇ ਪਹੁੰਚਣ, ਜਾਣਕਾਰੀ ਹਾਸਲ ਕਰਨ ਕਿਵੇਂ ਅਸੀਂ ਸ਼ੁੱਧ ਖੇਤੀ ਹੈ ਜਿਹੜੀਆਂ ਸ਼ੁੱਧ ਫਸਲਾਂ ਨੇ ਜਿਹੜੀਆਂ ਉਹ ਅਸੀਂ ਉਗਾ ਸਕਦੇ ਹਾਂ। ਜਾਂਦੇ ਜਾਂਦੇ ਇੱਕ ਗੱਲ ਯਾਦ ਆਉਂਦੀ ਹੈ ਕਿ ਜਦੋਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਾਡੇ ਵਰਗੇ ਜਾਂ ਹੋਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਬੂਟਾਂ ਦੀ 500 ਦੇ ਬੂਟ ਜੀ, 200 ਦੀ ਜੀਨ ਦੀ, 300 ਦੀ ਸ਼ਰਟ ਜੀ, ਬਹੁਤ ਸਾਰੇ ਸ਼ੋਰੂਮਾਂ ਜਾਂ ਹੋਰ ਅਲੱਗ-ਅਲੱਗ ਕੰਮਾਂ ਜਿਹੜੇ ਪਹਿਨਦੇ ਹਾਂ ਅਸੀਂ, ਉਹਨਾਂ ਦੇ ਪਹਿਰਾਵਾ ਦੀ ਇਸ ਤਰ੍ਹਾਂ ਦੀ ਵੀਡੀਓ ਪੈਂਦੀ ਹੈ। ਸੂਟਾਂ ਦੀ ਵੀਡੀਓ ਪਈ ਇੱਕ ਵਾਰੀ, ਯਾਦ ਹੈ ਫਗਵਾੜੇ ਦੇ ਵਿੱਚ ਤੜਕੇ ਨੂੰ ਦਵਾਈ ਲੈਣ ਵਾਂਗੂ ਲਾਈਨ ਲੱਗੀ ਹੋਈ ਸੀ। ਪਰ ਅਫਸੋਸ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤੇ ਲੋਕਾਂ ਨੂੰ ਲੱਗੂਗਾ ਕਿ ਟਾਈਮ ਜ਼ਿਆਦਾ ਇੰਟਰਵਿਊ ਦੇ ਨਹੀਂ ਜ਼ਰੂਰੀ ਸੀ। ਇਹ ਗੱਲਾਂ ਅਸੀਂ ਸੁਣਨੀਆਂ ਨਹੀਂ ਚਾਹੁੰਦੇ ਹੈਗੇ, ਇਹ ਸਾਡੇ ਹਾਜ਼ਮ ਨਹੀਂ ਹੁੰਦੀਆਂ ਅਸਲ ਵਿੱਚ। ਉੱਥੇ ਹਜ਼ਾਰਾਂ ਦੀ ਭੀੜ ਤਾਦਾਦ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਇੱਥੇ ਲੋਕ ਉਹ ਪਹੁੰਚਦੇ ਨੇ ਜਿਹੜੇ ਬਾਕੀ ਚਿੰਤਨਸ਼ੀਲ ਨੇ, ਬਾਕੀ ਸੋਚਦੇ ਨੇ ਘਰ ਪਰਿਵਾਰ ਬਾਰੇ, ਜਿਹੜੇ ਚਾਹੁੰਦੇ ਨੇ ਕਿ ਸਾਡਾ ਪੰਜਾਬ ਬਚਿਆ ਰਹੇ, ਸਾਡੇ ਪੰਜਾਬ ਦੇ ਧੀ ਪੁੱਤ, ਇਕੱਲੇ ਧੀ ਪੁੱਤ ਜਿਹੜੇ ਵਿਦੇਸ਼ਾਂ ਦੇ ਵਿੱਚ ਲੇਬਰਾਂ ਕਰਦੇ ਨੇ, ਮਜ਼ਦੂਰੀਆਂ, ਜ਼ਿੰਦਗੀ ਦਾ ਸੰਤਾਪ ਹੰਢਾਉਂਦੇ ਨੇ, ਮਾਨਸਿਕ ਪੱਖੋਂ ਮਾਂ ਪਿਓ ਟੁੱਟਦੇ ਨੇ, ਉਹਨਾਂ ਲਈ ਇੰਟਰਵਿਊ ਲਾਹੇਵੰਦ ਹੋਵੇਗੀ। ਸੋ ਬਣੇ ਰਹੋ ਸਰਲੇਖ ਦੇ ਨਾਲ।